ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਗਿਆਨਮ ਪੰਜਾਬ ਦੇ ਆਫੀਸ਼ੀਅਲ YouTube ਚੈਨਲ ਤੇ ਇੱਥੇ ਤੁਸੀਂ ਜਾਣਦੇ ਹੋ ਆਪਾਂ ਮਾਸਟਰ ਕਾਡਰ ਸਾਇੰਸ ਦੇ ਲਈ ਤਿਆਰੀ ਸ਼ੁਰੂ ਕਰੀ ਹੋਈ ਹੈ ਔਰ ਮਾਸਟਰ ਕਾਡਰ ਫਿਜ਼ਿਕਸ ਜਿਹੜੀ ਹੈ ਉਹ ਮੈਂ ਤੁਹਾਨੂੰ ਇੱਥੇ ਪੜਾਉਣੀ ਆ ਇਹਦੇ ਤੋਂ ਪਹਿਲਾਂ ਦੁਬਾਰਾ ਦੱਸ ਰਹੀ ਹਾਂ ਬਈ ਜਿਹੜੇ ਸਟੂਡੈਂਟਸ ਨਵੇਂ ਜੁੜਦੇ ਆ ਉਹਨਾਂ ਲਈ ਨਿਊਕਲੀਅਰ ਐਂਡ ਪਾਰਟੀਕਲ ਫਿਜ਼ਿਕਸ पूरी दी पूरी प्लेलिस्ट अपलोड हो चुकी है विद मॉक टेस्ट। ठीक है तो दो प्लेलिस्ट ਤੁਹਾਨੂੰ ਮਿਲ ਜਾਣਗੀਆਂ ਨਿਊਕਲੀਅਰ ਐਂਡ ਪਾਰਟੀਕਲ ਫਿਜ਼ਿਕਸ ਦੀਆਂ ਬਣੀਆਂ ਹੋਈਆਂ ਇੱਕ ਪਲੇਲਿਸਟ ਦੇ ਅੰਦਰ ਤੁਹਾਨੂੰ 15 ਤੋਂ 20 ਤੱਕ ਵੀਡੀਓਜ਼ ਮਿਲ ਜਾਣਗੀਆਂ ਜਿਨ੍ਹਾਂ ਦੇ ਅੰਦਰ ਕਿ ਆਪਾਂ ਥਿਉਰੀਜ਼ ਪਲੱਸ ਉਹਨਾਂ ਦੇ ਨਾਲ ਮਿਲਦੇ ਜੁਲਦੇ ਜਿਹੜੇ ਕੁਐਸਚਨਸ ਬਣ ਸਕਦੇ ਆ ਉਹ ਸਾਰੇ ਦੇ ਸਾਰੇ ਡਿਸਕਸ ਕਰੇ ਹੋਏ ਆ और एक प्लेलिस्ट ਤੁਹਾਨੂੰ अलग तो मिल जाएगी जिन्हां दे अंदर कि ਆਪਾਂ सिर्फ और सिर्फ मॉक टेस्ट ਜਿਹੜੇ ਹੈ ਉਹ ਲਗਾਏ ਹੋਏ ਆ स्पेशली ਨਿਊਕਲੀਅਰ ਐਂਡ ਪਾਰਟੀਕਲ ਫਿਜ਼ਿਕਸ ਦੇ ਲਈ और उस तो बाद ਆਪਾਂ ਇੱਥੇ क्लासिकल मैकेनिक्स ਦੀ ਸ਼ੁਰੂਆਤ ਜਿਹੜੀ ਹੈ ਉਹ ਕਰੀ ਹੋਈ ਹੈ ਕੁਝ ਟੌਪਿਕ ਸਿਲੇਬਸ ਵਾਈਜ਼ ਆਪਾਂ ਪਹਿਲਾਂ ਕਵਰ ਕਰ ਚੁੱਕੇ ਹਾਂ ਅੱਜ ਦੀ ਕਲਾਸ ਦਾ ਟੌਪਿਕ ਤੁਸੀਂ ਪਿੱਛੇ ਥੰਬਨੇਲ ਦੇ ਅੰਦਰ ਦੇਖ ਹੀ ਰਿਹਾ ਹੋਵੇਗਾ ਜੋ ਕਿ ਸਾਡਾ ਰਹੇਗਾ ਸੈਂਟਰ ਆਫ ਮਾਸ ਤੇ ਮੂਵਮੈਂਟ ਆਫ ਇਨਰਸ਼ੀਆ ਦੇ ਉੱਪਰ ਠੀਕ ਹੈ ਜੀ ਇਹਦੇ ਤੋਂ ਪਹਿਲਾਂ ਆਪਾਂ ਨਿਊਟਨ ਦੇ ਲਾਜ਼ ਕੈਪਲਰ ਦੇ ਲਾਜ਼ ਜਿਹੜੇ ਹੈ ਉਹ ਕਵਰ ਕਰ ਚੁੱਕੇ ਹਾਂ ਉਹਨਾਂ ਦੀ ਵੀਡੀਓਜ਼ ਤੁਸੀਂ ਜਾ ਕੇ ਦੇਖ ਸਕਦੇ ਹੋ ਜਿਹੜੇ ਸਟੂਡੈਂਟਸ ਵੀ ਨਵੇਂ ਜੁੜੇ ਹੈ ਉਹਨਾਂ ਲਈ ਇੱਕ ਹੋਰ ਇਨਫੋਰਮੇਸ਼ਨ ਸਾਡਾ ਪੇਡ ਬੈਚ ਜਿਹੜਾ ਹੈ ਉਹ ਚੱਲ ਰਿਹਾ ਹੈ ਮਾਸਟਰ ਕਾਡਰ ਸਾਇੰਸ ਦੇ ਲਈ ਮਾਸਟਰ ਕਾਡਰ ਹਿੰਦੀ ਦੇ ਲਈ ਮਾਸਟਰ ਕਾਡਰ ਮੈਥਸ ਲਈ ਜੇ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਸੁਨਹਿਰਾ ਮੌਕਾ ਹੈ ਤੁਸੀਂ ਸਾਡੇ ਇੰਸਟੀਚਿਊਟ ਦੇ ਪੇਡ ਬੈਚ ਨੂੰ ਜੁਆਇਨ ਕਰ ਸਕਦੇ ਹੋ ਇਸ ਪੇਡ ਬੈਚ ਦੇ ਅੰਦਰ ਅਸੀਂ ਡੇਲੀ ਲੈਕਚਰਸ ਦੇ ਨਾਲ PDF ਨੋਟਸ ਤਾਂ ਪ੍ਰੋਵਾਈਡ ਕਰਦੇ ਹੀ ਹਾਂ ਤੇ ਨਾਲ ਹੀ ਕਲਾਸਿਸ ਦੇ ਵਿੱਚ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਆ ਚੁੱਕੇ ਆ ਜਿਹੜੇ ਐਕਸਪੈਕਟਡ ਕੁਐਸਚਨਸ ਬਣ ਸਕਦੇ ਆ ਉਹਨਾਂ ਨੂੰ ਵੀ ਡਿਸਕਸ ਕਰਦੇ ਆ मैं वार-वार हर क्लास ਦੇ ਅੰਦਰ ਇੰਪੋਰਟੈਂਸ ਦੱਸਦੀ ਆ ਕਿ ਇਹ ਐਗਜ਼ਾਮ ਜਿਹੜਾ ਹੈ तो ਇਸ ਐਗਜ਼ਾਮ ਨੇ ਤੁਹਾਨੂੰ ਨੌਕਰੀ ਦਿਵਾਣੀ ਹੈ ਔਰ ਜਿਹੜਾ ਪੇਪਰ ਤੁਹਾਨੂੰ ਨੌਕਰੀ ਦਿਵਾਉਂਦਾ ਉਹ ਪੇਪਰ ਕਦੇ ਵੀ ਆਸਾਨ ਨਹੀਂ ਹੁੰਦਾ ਹੈ ਈਅਰ ਬਾਈ ਈਅਰ ਠੀਕ ਹੈ ਔਰ ਇੱਕ ਤਾਂ ਤੁਸੀਂ ਜਾਣਦੇ ਹੋ ਪੇਪਰ ਹਰ ਸਾਲ ਨਹੀਂ ਹੁੰਦਾ 3 ਸਾਲ ਬਾਅਦ ਤੁਹਾਡਾ ਕੰਪੀਟੀਸ਼ਨ ਹੋਰ ਪਲੱਸ ਹੋ ਜਾਂਦਾ ਕਿਉਂਕਿ ਇੱਕ ਬੈਚ ਹੋਰ ਪੂਰੇ ਦਾ ਪੂਰਾ ਗ੍ਰੈਜੂਏਟ ਹੋ ਕੇ ਬਾਹਰ ਨਿਕਲਿਆ ਹੁੰਦਾ ਠੀਕ ਹੈ ਤਾਂ ਤੁਹਾਡਾ ਕੰਪੀਟੀਸ਼ਨ ਸਾਲ ਦਰ ਸਾਲ ਜਿਹੜਾ ਹੈ ਉਹ ਵੱਧ ਰਿਹਾ ਹੈ ਨੰਬਰ ਆਫ ਅਪੀਅਰਿੰਗ ਕੈਂਡੀਡੇਟਸ ਜਿਹੜੇ ਹੈ ਉਹ ਵੱਧ ਰਹੇ ਔਰ ਨੰਬਰ ਆਫ ਜਿਹੜੀਆਂ ਪੋਸਟਾਂ ਤੁਹਾਡੀਆਂ ਹੈ ਉਹ ਉਨੀਆਂ ਹੀ ਰਹਿ ਰਹੀਆਂ ਜਾਂ ਘਟ ਰਹੀਆਂ ਤਾਂ ਇਨ ਸ਼ਾਰਟ ਜਿਹੜਾ ਓਵਰਆਲ ਕੰਪੀਟੀਸ਼ਨ ਹੈ ਉਹ ਹਰ ਸਾਲ ਵੱਧਦਾ ਹੈ ਤਾਂ ਉਹਦੇ ਅੰਦਰ ਤੁਹਾਡੇ ਲਈ ਜ਼ਰੂਰੀ ਹੈ ਪ੍ਰੈਕਟਿਸ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਤੁਹਾਡਾ ਜਿਹੜਾ ਹੈ ਚਾਂਸਸ ਇਨਕਰੀਜ਼ ਹੋ ਜਾਂਦੇ ਜੌਬ ਲੈਣ ਦੇ ਤਾਂ ਇੱਥੇ ਵੀ ਅਸੀਂ ਉਹੀ ਫੰਡਾ ਫੋਲੋ ਕਰਦੇ ਹੋਏ ਥਿਉਰੀ ਦੇ ਨਾਲ ਪ੍ਰੈਕਟਿਸ ਤੇ ਜ਼ਿਆਦਾ ਜ਼ੋਰ ਦਿੰਦੇ ਆ ਕਿਉਂਕਿ ਬਈ ਇੱਥੇ ਤੁਸੀਂ MCQ ਸੋਲਵ ਕਰਨੇ ਆ ਇੱਥੇ ਤੁਸੀਂ ਵੱਡੀਆਂ ਵੱਡੀਆਂ ਡੈਰੀਵੇਸ਼ਨਾਂ ਯਾਦ ਨਹੀਂ ਕਰਨੀਆਂ ਜਿਵੇਂ ਕਿ ਕਾਲਜ ਜਾਂ ਯੂਨੀਵਰਸਿਟੀ ਵੇਲੇ ਆਪਾਂ ਕਰਦੇ ਹੁੰਦੇ ਸੀ ਠੀਕ ਹੈ ਤਾਂ ਅਪਰੋਚ ਆਪਣੀ ਡਿਫਰੈਂਟ ਹੋਣੀ ਚਾਹੀਦੀ ਹੈ ਜਦੋਂ ਕਿ ਆਪਾਂ ਗੱਲ ਕਰਦੇ ਹਾਂ ਕੰਪੀਟੀਟਿਵ ਐਗਜ਼ਾਮਸ ਦੀ ਜਿਹੜੀ ਕਿ ਤੁਹਾਨੂੰ ਜੌਬ ਦਿਵਾਉਂਦੇ ਆ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਠੀਕ ਹੈ ਤਾਂ ਇਸ ਤੋਂ ਬਾਅਦ ਤੁਸੀਂ ਇਸ ਕਲਾਸ ਨੂੰ ਦੇਖਣ ਤੋਂ ਬਾਅਦ ਇੱਕ ਤਸੱਲੀ ਫੀਲ ਕਰ ਸਕਦੇ ਹੋ ਹਰ ਇੱਕ ਕਲਾਸ ਨੂੰ ਦੇਖਣ ਤੋਂ ਬਾਅਦ ਕਿ ਪ੍ਰੈਕਟਿਸ ਤੁਹਾਡੀ ਇਨਫ ਇੱਥੇ ਕਰਾਈ ਜਾ ਰਹੀ ਹੈ ਇਹਦੇ ਨਾਲ ਜੇ ਤੁਸੀਂ ਬਹੁਤ ਜ਼ਿਆਦਾ ਸੀਰੀਅਸ ਹੋ ਬਈ ਤੁਸੀਂ ਨੌਕਰੀ ਜਿਹੜੀ ਹੈ ਉਹ ਬਿਲਕੁਲ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪੇਡ ਬੈਚ ਨੂੰ ਜੁਆਇਨ ਕਰ ਸਕਦੇ ਹੋ ਉਹਦੇ ਅੰਦਰ ਸਿਸਟਮੈਟਿਕ ਵੇ ਦੇ ਨਾਲ ਥਿਉਰੀ ਕਰਾਈ ਜਾ ਰਹੀ ਹੈ ਔਰ ਡੇਲੀ ਜਿਹੜੇ ਨੋਟਸ ਹੈ ਉਹ ਵੀ ਪ੍ਰੋਵਾਈਡ ਜਿਹੜੇ ਹੈ ਉਹ ਕਰੇ ਜਾਂਦੇ ਹੈ ਤਾਂ ਅੱਜ ਦੀ ਕਲਾਸ ਨੂੰ ਸ਼ੁਰੂਆਤ ਕਰਦੇ ਹਾਂ डिस्कस करांगे सेंटर ऑफ मास और मूवमेंट ऑफ इनर्शिया जो कि ਤੁਹਾਡੇ ਸਿਲੇਬਸ ਦੇ ਅੰਦਰ ਮੈਂਸ਼ਨਡ ਹੈ ਬਹੁਤ ਹੀ ਜ਼ਰੂਰੀ ਟੌਪਿਕ ਹੈ ਆਸਾਨ ਟੌਪਿਕ ਹੈ ਇਹਨਾਂ ਦੇ ਅੰਦਰੋਂ ਕੁਐਸਚਨ ਜਿਹੜੇ ਹੈ ਉਹ ਤੁਹਾਡੇ ਪੁੱਛੇ ਜਾਂਦੇ ਆ ਕੁਐਸਚਨਸ ਤੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਸਮਝ ਲੈਣੇ ਆ ਕਿ ਸਿਸਟਮ ਆਫ ਪਾਰਟੀਕਲਸ ਜਿਹੜਾ ਹੈ ਉਹ ਕੀ ਹੁੰਦਾ ਤਾਂ ਬਈ ਦੇਖੋ ਜੇ ਨਾਮ ਤੋਂ ਹੀ ਪਤਾ ਚੱਲ ਰਿਹਾ ਸਿਸਟਮ ਆਫ ਪਾਰਟੀਕਲਸ ਠੀਕ ਹੈ ਕੋਈ ਵੀ ਤੁਸੀਂ ਬਾਡੀ ਲੈ ਲਓ ਠੀਕ ਹੈ ਆਪਾਂ ਇਹ ਚੀਜ਼ ਨੂੰ ਸਮਝਦੇ ਹਾਂ ਕਿ ਬਈ ਕੋਈ ਵੀ ਬਾਡੀ ਹੈ ਜਿਹੜੀ ਉਹ n ਨੰਬਰ ਆਫ ਸਮਾਲ ਮਾਸਸ ਦੀ ਜਿਹੜੀ ਹੈ ਉਹ ਬਣੀ ਹੁੰਦੀ ਹੈ ਤਾਂ ਇਦਾਂ ਦੀ ਬਾਡੀ ਨੂੰ ਆਪਾਂ ਕੀ ਕਹਿ ਦਿੰਦੇ ਆ ਇਦਾਂ ਦੀ ਬਾਡੀ ਨੂੰ ਆਪਾਂ ਸਿਸਟਮ ਆਫ ਪਾਰਟੀਕਲਸ ਜਿਹੜੇ ਹੈ ਉਹ ਕਹਿ ਦਿੰਦੇ ਆ ਤਾਂ ਵੈਲ ਡਿਫਾਈਨਡ ਕਨੈਕਸ਼ਨ ਆਫ ਲਾਰਜ ਨੰਬਰ ਆਫ ਪਾਰਟੀਕਲਸ ਦੈਟ ਮੇ ਔਰ ਮੇ ਨਾਟ ਦੇਖੋ ਇਹ ਆਪਸ ਚ ਇੰਟਰੈਕਟ ਕਰ ਵੀ ਰਹੇ ਹੋ ਸਕਦੇ ਆਪਸ ਦੇ ਅੰਦਰ ਇੰਟਰੈਕਟ ਨਹੀਂ ਵੀ ਕਰ ਰਹੇ ਹੋ ਸਕਦੇ मतलब कि फोर्सेस लग भी रही हो सकती हैं फोर्सेस नहीं भी लग रही हो सकती हैं देखो फोर्सेस ना लगन एवें तो नहीं हुंदा तुहानू पता है 4 फंडामेंटल इंटरैक्शंस तुहाडे नेचर दे अंदर हुंदी है तो कोई भी 4 तरीके जो एक तरीके दी फंडामेंटल इंटरैक्शन या एक तो वध तरीके दी एक टाइम ते भी फंडामेंटल इंटरैक्शन इन्हां दे अंदर जरूर जिहड़ी है वो हो रही होएगी ठीक है ते ये बॉडीज जिहड़ियां है कनैक्टेड हुंदियां एक दूसरे दे नाल ਹੁਣ ਦੇਖੋ ਇਸ ਬਾਡੀ ਨੂੰ ਆਪਾਂ ਰਿਜਿਡ ਬਾਡੀ ਕਦੋਂ ਕਵਾਂਗੇ ਇਸ ਬਾਡੀ ਨੂੰ ਆਪਾਂ ਰਿਜਿਡ ਬਾਡੀ ਉਦੋਂ ਕਵਾਂਗੇ ਬਈ ਕਿ ਜਦੋਂ ਮੈਂ ਕੋਈ ਵੀ ਦੋ ਪੁਆਇੰਟਸ ਲੈ ਲਾਂ ਮੰਨ ਲਓ ਮੈਂ ਇਹ ਦੋਨੋਂ ਪੁਆਇੰਟਸ ਲੈ ਲਾਂ ਇਹਨਾਂ ਦੋਨਾਂ ਦੇ ਵਿੱਚ ਦਾ ਡਿਸਟੈਂਸ ਕਦੇ ਵੀ ਚੇਂਜ ਨਹੀਂ ਹੋਣਾ ਚਾਹੀਦਾ ਅੰਡਰ ਐਨੀ ਕੰਡੀਸ਼ਨ ਚਾਹੇ ਉਹ ਕੰਡੀਸ਼ਨ ਐਕਸਟ੍ਰੀਮ ਹੋਵੇ ਐਕਸਟ੍ਰੀਮ ਪ੍ਰੈਸ਼ਰ ਹੋਵੇ ਐਕਸਟ੍ਰੀਮ ਟੈਂਪਰੇਚਰ ਹੋਵੇ ਕੁਝ ਵੀ ਹੋਵੇ ਦੋ ਪਾਰਟੀਕਲਸ ਦੇ ਵਿੱਚ ਦਾ ਡਿਸਟੈਂਸ ਜਿਹੜਾ ਹੈ ਉਹ ਕਦੇ ਵੀ ਚੇਂਜ ਨਹੀਂ ਹੋਣਾ ਚਾਹੀਦਾ
ਮੰਨ ਲਓ ਇਹ ਪਾਰਟੀਕਲ ਔਰ ਇਹ ਪਾਰਟੀਕਲ, ਇਹਨਾਂ ਦੋਨਾਂ ਦੇ ਵਿੱਚ ਦਾ ਡਿਸਟੈਂਸ ਕਦੇ ਨਹੀਂ ਚੇਂਜ ਹੋਣਾ ਚਾਹੀਦਾ। ਇਹ ਪਾਰਟੀਕਲ ਔਰ ਇਹ ਪਾਰਟੀਕਲ, ਇਹਨਾਂ ਦੋਨਾਂ ਦੇ ਵਿੱਚ ਦਾ ਡਿਸਟੈਂਸ ਕਦੇ ਵੀ ਨਹੀਂ ਚੇਂਜ ਹੋਣਾ ਚਾਹੀਦਾ। ਇਹ ਵਾਲਾ ਪਾਰਟੀਕਲ ਔਰ ਇਹ ਵਾਲਾ ਪਾਰਟੀਕਲ, ਇਹਨਾਂ ਦੋਨਾਂ ਦੇ ਵਿੱਚ ਦਾ ਡਿਸਟੈਂਸ ਕਦੇ ਨਹੀਂ ਚੇਂਜ ਹੋ ਰਿਹਾ। ਤਾਂ ਬੇਸਿਕਲੀ ਤੁਸੀਂ ਦੇਖੋਗੇ, ਕਹਿਣ ਦਾ ਮਤਲਬ ਇਹ ਹੈ ਕਿ ਇਹ ਬੋਡੀ ਆਪਣੀ ਸ਼ੇਪ ਨੂੰ ਰਿਟੇਨ ਕਰਦੀ ਹੈ, ਡਿਫਾਰਮਿਟੀ ਇਹਦੇ ਅੰਦਰ ਨਹੀਂ ਆਉਂਦੀ। ਏਦਾਂ ਦੀ ਬੋਡੀ ਨੂੰ ਆਪਾਂ ਕੀ ਨਾਮ ਦਿੰਦੇ ਆ? ਰਿਜਿਡ ਬੋਡੀ ਨਾਮ ਦਿੰਦੇ ਆ। ਔਰ ਰਿਜਿਡ ਬੋਡੀ ਨੂੰ ਹੀ ਆਪਾਂ ਜਿਹੜਾ ਹੈ ਸਟੱਡੀ ਕਰਨਾ ਹੈ। ਡੈਫੀਨੇਸ਼ਨ ਦੇਖ ਲਓ, ਇਹਦੇ ਅੰਦਰੋਂ ਤੁਹਾਡਾ ਇੱਕ ਕੁਐਸਚਨ ਡਾਇਰੈਕਟ ਐਗਜ਼ਾਮ ਦੇ ਅੰਦਰ ਪੁੱਛਿਆ ਹੋਇਆ ਹੈ, ਜਿਹਦੇ ਅੰਦਰ ਕੀ ਇਹ ਪੁੱਛਿਆ ਗਿਆ ਸੀ ਕਿ ਬਈ ਰਿਜਿਡ ਬੋਡੀ ਹੋਣ ਲਈ ਕੰਡੀਸ਼ਨ ਕੀ ਹੈ। ਤਾਂ ਰਿਜਿਡ ਬੋਡੀ ਹੋਣ ਦੀ ਕੰਡੀਸ਼ਨ ਇਹ ਹੈ ਕਿ ਜਿਨ੍ਹਾਂ ਦੇ ਵਿੱਚ ਡਿਸਟੈਂਸ ਬਿਟਵੀਨ ਕਨਸਟੀਟੂਐਂਟ ਪਾਰਟੀਕਲਸ ਜਿਹੜਾ ਹੈ ਉਹ ਫਿਕਸਡ ਰਹੇ ਔਰ ਕਦੇ ਵੀ ਚੇਂਜ ਨਾ ਹੋਏ। ਠੀਕ ਹੈ, ਹਮੇਸ਼ਾ ਜਿਹੜਾ ਹੈ ਪਾਰਟੀਕਲਸ ਦੇ ਵਿੱਚ ਦਾ ਡਿਸਟੈਂਸ ਫਿਕਸ ਹੈ। ਕੋਈ ਵੀ ਦੋ ਪਾਰਟੀਕਲ ਤੁਸੀਂ ਚੱਕ ਲਓ ਆਪਣੀ ਚੋਇਸ ਦੇ, ਉਹਨਾਂ ਦੇ ਵਿੱਚ ਦਾ ਪਾਰਟੀਕਲ ਡਿਸਟੈਂਸ ਐਟ ਐਨੀ ਟਾਈਮ ਜਿਹੜਾ ਹੈ ਉਹ ਫਿਕਸਡ ਰਹਿਣਾ ਚਾਹੀਦਾ ਹੈ, ਚੇਂਜ ਨਹੀਂ ਹੋਣਾ ਚਾਹੀਦਾ। ਤਾਂ ਇਹ ਸੀਗਾ ਸਾਡਾ ਸਿਸਟਮ ਆਫ ਪਾਰਟੀਕਲਸ ਔਰ ਰਿਜਿਡ ਬੋਡੀ। ਠੀਕ ਹੈ, ਇਸ ਤੋਂ ਬਾਅਦ ਦੇਖੋ ਜਿਹੜੀ ਰਿਜਿਡ ਬੋਡੀ ਹੈ ਬਈ, ਦੇਖੋ ਉਹ ਦੋ ਤਰੀਕੇ ਦੇ ਮੇਨ ਮੋਸ਼ਨ ਜਿਹੜੀ ਹੈ ਉਹ ਕਰ ਸਕਦੀ ਹੈ। ਇੱਕ ਤਾਂ ਟ੍ਰਾਂਸਲੇਸ਼ਨ ਮੋਸ਼ਨ, ਦੂਸਰਾ ਜਿਹੜਾ ਹੈ ਰੋਟੇਸ਼ਨਲ ਮੋਸ਼ਨ, ਔਰ ਤੀਸਰਾ ਕੰਬੀਨੇਸ਼ਨ ਆਫ ਟ੍ਰਾਂਸਲੇਸ਼ਨ ਐਂਡ ਰੋਟੇਸ਼ਨ, ਜਿਹਨੂੰ ਕਿ ਆਪਾਂ ਰੋਲਿੰਗ ਵੀ ਕਹਿ ਦਿੰਦੇ ਆ, ਜਿਹਨੂੰ ਕਿ ਆਪਾਂ ਆਉਣ ਵਾਲੀਆਂ ਕਲਾਸਿਸ ਦੇ ਅੰਦਰ ਅੰਡਰਸਟੈਂਡ ਕਰਾਂਗੇ। ਹੁਣ ਦੇਖੋ ਜਿਹੜੀ ਬੋਡੀ, ਹੁਣ ਇਹ ਫੰਡੇ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ, ਜਿਹੜਾ ਫੰਡਾ ਮੈਂ ਤੁਹਾਨੂੰ ਹੁਣ ਦੱਸ ਰਹੀ ਹਾਂ। ਦੇਖੋ ਟ੍ਰਾਂਸਲੇਸ਼ਨ ਮੋਸ਼ਨ ਦਾ ਕੀ ਮਤਲਬ ਹੈ? ਸਟ੍ਰੇਟ ਲਾਈਨ ਮੋਸ਼ਨ। ਹੁਣ ਇਹ ਰਿਜਿਡ ਬੋਡੀ ਤੁਹਾਡੇ ਸਾਹਮਣੇ ਦਿੱਤੀ ਹੋਈ ਹੈ ਬਈ, ਇਹ ਤੁਹਾਨੂੰ ਪਤਾ ਹੈ ਇਨਫਾਈਨਾਈਟ ਜਾਂ ਮੰਨ ਲਓ n ਨੰਬਰ ਆਫ ਮਾਸਸ ਦੀ ਬਣੀ ਹੋਈ ਹੈ। ਇਹਦੇ ਅੰਦਰ ਛੋਟੇ ਛੋਟੇ n ਨੰਬਰ ਆਫ ਮਾਸਸ ਹੈ। ਠੀਕ ਹੈ, ਜੇ ਓਵਰਆਲ ਇਹ ਬੋਡੀ ਮੰਨ ਲਓ v ਵੈਲੋਸਿਟੀ ਨਾਲ ਅੱਗੇ ਮੂਵ ਕਰ ਰਹੀ ਹੈ, ਤਾਂ ਇਹ ਇਹਦੀ ਟ੍ਰਾਂਸਲੇਸ਼ਨਲ ਵੈਲੋਸਿਟੀ ਹੈ। ਠੀਕ ਹੈ, ਤਾਂ ਕੋਈ ਵੀ ਪੁਆਇੰਟ ਤੁਸੀਂ ਦੇਖ ਲਓ, ਇਹ ਵਾਲਾ ਪੁਆਇੰਟ ਦੇਖ ਲਓ, ਚਾਹੇ ਇਹ ਵਾਲਾ ਪੁਆਇੰਟ ਦੇਖ ਲਓ, ਇਹ ਵਾਲਾ ਪੁਆਇੰਟ ਦੇਖ ਲਓ, ਜਿਹੜਾ ਮਰਜ਼ੀ ਪੁਆਇੰਟ ਤੁਸੀਂ ਦੇਖ ਲਓ, ਇਹ ਸਾਰੇ ਦੇ ਸਾਰੇ ਪੁਆਇੰਟਸ v ਵੈਲੋਸਿਟੀ ਨਾਲ ਹੀ ਅੱਗੇ ਮੂਵ ਕਰ ਰਹੇ ਹੋਣਗੇ। ਠੀਕ ਹੈ, ਇਹਦੇ ਵਿੱਚ ਕਿਸੇ ਨੂੰ ਕੋਈ ਵੀ ਦੋ ਰਾਏ ਨਹੀਂ ਹੈ। ਐਵੇਂ ਤਾਂ ਨਹੀਂ ਹੈ ਨਾ ਕਿ ਇਹਦੀ ਵੈਲੋਸਿਟੀ ਤੇਜ਼ ਹੈ ਬਈ, ਤੇ ਇਹਦੀ ਵੈਲੋਸਿਟੀ ਤੇਜ਼ ਹੈ, ਇਹ ਤਾਂ ਪਹਿਲਾਂ ਬਾਹਰ ਆ ਜਾਏਗਾ, ਇਹਦੀ ਵੈਲੋਸਿਟੀ ਜੇ ਸਲੋ ਹੈ ਪਿੱਛੇ ਰਹਿ ਜਾਏਗਾ। ਤਾਂ ਬੋਡੀ ਦੀ ਸ਼ੇਪ ਹੀ ਬਦਲ ਜਾਏਗੀ ਡਿਊਰਿੰਗ ਮੋਸ਼ਨ, ਔਰ ਉਹ ਨਹੀਂ ਹੁੰਦਾ। ਰਿਜਿਡ ਬੋਡੀ ਦੇ ਅੰਦਰ ਤੁਹਾਨੂੰ ਪਤਾ ਹੈ ਸ਼ੇਪ ਰਿਟੇਨ ਰਹਿੰਦੀ ਹੈ, ਸ਼ੇਪ ਚੇਂਜ ਨਹੀਂ ਹੋ ਸਕਦੀ। ਠੀਕ ਹੈ, ਤਾਂ ਇਟ ਮੀਨਸ ਕਿ ਇਹਨਾਂ ਸਾਰੇ ਪਾਰਟੀਕਲਸ ਨੂੰ ਸੇਮ ਵੈਲੋਸਿਟੀ ਦੇ ਨਾਲ ਮੂਵ ਕਰਨਾ ਪਏਗਾ ਜੇ ਕੰਡੀਸ਼ਨ ਆਫ ਰਿਜਿਡ ਬੋਡੀ ਸੈਟੀਸਫਾਈ ਕਰਨੀ ਹੈ, ਜੋ ਕਿ ਹੈ ਕਿ ਡਿਸਟੈਂਸ ਬਿਟਵੀਨ ਟੂ ਪੁਆਇੰਟਸ ਕਦੇ ਵੀ ਚੇਂਜ ਨਹੀਂ ਹੋਣਾ ਚਾਹੀਦਾ। ਠੀਕ ਹੈ, ਕੋਈ ਵੀ ਦੋ ਪੁਆਇੰਟਸ ਤੁਸੀਂ ਇਧਰੋਂ ਚੱਕ ਲਓ, ਮੰਨ ਲਓ ਇਹ ਵਾਲਾ ਪੁਆਇੰਟ ਔਰ ਇਹ ਵਾਲਾ ਪੁਆਇੰਟ ਲੈ ਲਿਆ, ਇਹਨਾਂ ਦੋਨਾਂ ਦੇ ਵਿੱਚ ਦਾ ਡਿਸਟੈਂਸ ਕਦੋਂ ਚੇਂਜ ਨਹੀਂ ਹੋਏਗਾ? ਉਦੋਂ ਚੇਂਜ ਨਹੀਂ ਹੋਏਗਾ ਜਦੋਂ ਇਹ ਪੁਆਇੰਟ ਵੀ v ਵੈਲੋਸਿਟੀ ਨਾਲ ਅੱਗੇ ਜਾ ਰਿਹਾ ਔਰ ਇਹ ਵਾਲਾ ਪੁਆਇੰਟ ਵੀ v ਵੈਲੋਸਿਟੀ ਨਾਲ ਅੱਗੇ ਜਾ ਰਿਹਾ ਹੈ। ਜੇ ਮੰਨ ਲਓ ਇਹ ਵਾਲਾ ਪੁਆਇੰਟ ਫਾਸਟ ਹੋ ਜਾਏ, ਇਹ ਵਾਲਾ ਪੁਆਇੰਟ ਸਲੋ ਹੋ ਜਾਏ, ਤਾਂ ਬਈ ਡਿਸਟੈਂਸ ਇੰਕਰੀਜ਼ ਹੋ ਜਾਏਗਾ। ਠੀਕ ਹੈ, ਤਾਂ ਇਹ ਚੀਜ਼ ਨਹੀਂ ਹੋ ਸਕਦੀ ਰਿਜਿਡ ਬੋਡੀ ਦੇ ਅੰਦਰ। ਤਾਂ ਦੇਖੋ ਜਦੋਂ ਵੀ ਰਿਜਿਡ ਬੋਡੀ ਟ੍ਰਾਂਸਲੇਸ਼ਨਲ ਮੋਸ਼ਨ ਕਰੇਗੀ, ਤਾਂ ਯਾਦ ਰੱਖਣਾ ਹੈ ਵੈਲੋਸਿਟੀ ਆਫ ਆਲ ਦ ਪਾਰਟੀਕਲਸ ਇਜ਼ ਸੇਮ। ਬਿਲਕੁਲ ਜਿਹੜੇ ਵੀ ਪਾਰਟੀਕਲਸ ਹੈ ਉਹਨਾਂ ਸਾਰਿਆਂ ਦੀ ਵੈਲੋਸਿਟੀ ਜੋ ਹੈ ਕੀ ਰਹੇਗੀ? ਸੇਮ ਰਹੇਗੀ ਜਦੋਂ ਬੋਡੀ ਟ੍ਰਾਂਸਲੇਸ਼ਨਲ ਮੋਸ਼ਨ ਕਰ ਰਹੀ ਹੈ। ਔਨ ਦਾ ਅਦਰ ਹੈਂਡ ਜਦੋਂ ਬੋਡੀ ਰੋਟੇਸ਼ਨਲ ਮੋਸ਼ਨ ਕਰ ਰਹੀ ਹੈ, ਮਤਲਬ ਕਿ ਬੋਡੀ ਮੰਨ ਲਓ, ਹੁਣ ਆਪਾਂ ਟ੍ਰਾਂਸਲੇਸ਼ਨ ਨੂੰ ਰੱਬ ਕਰ ਦਿੰਦੇ ਹਾਂ ਔਰ ਰੋਟੇਸ਼ਨ ਨੂੰ ਸਮਝਦੇ ਹਾਂ। ਦੇਖੋ ਜੇ ਇਹ ਬੋਡੀ ਕਿਸੇ ਐਕਸਿਸ ਦੇ ਅਬਾਊਟ ਰਿਵੋਲਵ ਕਰ ਰਹੀ ਹੈ ਵਿਦ ਅ ਸਪੀਡ ਓਮੇਗਾ, ਠੀਕ ਹੈ, ਓਮੇਗਾ ਦੀ ਸਪੀਡ ਦੇ ਨਾਲ ਇਹ ਬੋਡੀ ਜਿਹੜੀ ਹੈ ਰਿਵੋਲਵ ਕਰ ਰਹੀ ਹੈ, ਤਾਂ ਇਹਦੇ ਜਿਹੜੇ ਪਾਰਟੀਕਲਸ ਹੈ ਉਹ ਵੀ ਕੀ ਕਰ ਰਹੇ ਹੋਣਗੇ? ਰੋਟੇਸ਼ਨ ਕਰ ਰਹੇ ਹੋਣਗੇ। ਜੇ ਮੈਂ ਕਿਸੇ ਵੀ ਇੱਕ ਪਾਰਟਿਕੂਲਰ ਪਾਰਟੀਕਲ ਨੂੰ ਆਬਜ਼ਰਵ ਕਰਾਂ ਬਈ, ਤਾਂ ਪਾਰਟੀਕਲਸ ਦੀ ਜਿਹੜੀ ਟ੍ਰੈਜੈਕਟਰੀ ਹੋਏਗੀ ਉਹ ਕੀ ਹੋਏਗੀ? ਸਰਕੂਲਰ ਹੋਏਗੀ। ਠੀਕ ਹੈ, ਪਾਰਟੀਕਲਸ ਦੀ ਟ੍ਰੈਜੈਕਟਰੀ ਕੀ ਰਹੇਗੀ? ਸਰਕੂਲਰ ਰਹੇਗੀ, ਹੈ ਨਾ। ਇਹਨੂੰ ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਇਹਨੂੰ ਛੱਡੋ, ਤੁਸੀਂ ਮੈਂ ਫੈਨ ਦਾ ਐਗਜ਼ਾਮਪਲ ਲੈਣੀ ਹੈ ਜਿਹਦੇ ਨਾਲ ਕਿ ਆਪਾਂ ਰਿਲੇਟ ਕਰ ਸਕਦੇ ਹਾਂ। ਠੀਕ ਹੈ, ਹੁਣ ਫੈਨ ਦਾ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਲਿਆ। ਦੇਖੋ ਫੈਨ ਜਿਹੜਾ ਹੈ ਉਹਦੇ ਤੁਹਾਨੂੰ ਪਤਾ ਤਿੰਨ ਜਿਹੜੇ ਹੈ ਪੰਖ ਹੁੰਦੇ ਹੈ। ਠੀਕ ਹੈ, ਹੁਣ ਦੇਖੋ ਇਹ ਤੁਹਾਡਾ ਇੱਕ ਫੈਨ ਹੈ। ਠੀਕ ਹੈ, ਇਹਦਾ ਇੱਕ ਐਕਸਿਸ ਆਫ ਰੋਟੇਸ਼ਨ ਹੋਏਗਾ ਜਿਹਦੇ ਅਬਾਊਟ ਕੀ ਇਹ ਰੋਟੇਟ ਕਰ ਰਿਹਾ, ਔਰ ਉਹ ਐਕਸਿਸ ਆਫ ਰੋਟੇਸ਼ਨ ਪਰਪੈਂਡੀਕੂਲਰ ਹੋਏਗਾ ਟੂ ਦਾ ਰੋਟੇਸ਼ਨ, ਹੈ ਨਾ। ਤਾਂ ਦੇਖੋ ਇਹਦੇ ਪਰਪੈਂਡੀਕੂਲਰ ਹੈ। ਹੁਣ ਜੇ ਮੰਨ ਲਓ ਮੈਂ ਇਹਦਾ ਇੱਕ ਪੰਖ ਆਬਜ਼ਰਵ ਕਰ ਰਹੀ ਹਾਂ, ਇਹ ਵਾਲਾ, ਹੁਣ ਇਸ ਪੰਖ ਦੇ ਉੱਪਰ ਕਾਫੀ ਸਾਰੇ ਪੁਆਇੰਟਸ ਹੈ। ਠੀਕ ਹੈ, ਜੇ ਮੈਂ ਕਿਸੇ ਇੱਕ ਪੁਆਇੰਟ ਦੇ ਮੋਸ਼ਨ ਨੂੰ ਆਬਜ਼ਰਵ ਕਰਾਂ, ਤਾਂ ਉਹ ਇੱਕ ਪੁਆਇੰਟ ਦਾ ਮੋਸ਼ਨ ਇੱਕ ਸਰਕੂਲਰ ਮੋਸ਼ਨ ਹੋਏਗਾ। ਠੀਕ ਹੈ, ਸਾਰੇ ਪੁਆਇੰਟਸ ਕਿਹਦੇ ਅੰਦਰ ਘੁੰਮ ਰਹੇ ਹਨ? ਸਰਕਲ ਦੇ ਅੰਦਰ ਘੁੰਮ ਰਹੇ ਹਨ ਜਦੋਂ ਫੈਨ ਕੀ ਕਰ ਰਿਹਾ? ਰੋਟੇਟ ਕਰ ਰਿਹਾ। ਤਾਂ ਹੁਣ ਦੇਖੋ ਇਹਦੇ ਅੰਦਰ ਇੱਕ ਗੱਲ ਨੂੰ ਸਮਝੋ, ਜਿਹੜੇ ਪੁਆਇੰਟਸ ਐਕਸਿਸ ਦੇ ਕੋਲ ਹੈ, ਜਿਹੜੇ ਪੁਆਇੰਟ ਰੋਟੇਸ਼ਨਲ ਐਕਸਿਸ, ਇਹ ਸਾਡਾ ਰੋਟੇਸ਼ਨਲ ਐਕਸਿਸ ਹੈ ਇਹਦੇ ਪਰਪੈਂਡੀਕੂਲਰ, ਜਿਹੜੇ ਪੁਆਇੰਟਸ ਐਕਸਿਸ ਦੇ ਕੋਲ ਹੈ, ਠੀਕ ਹੈ, ਉਹਨਾਂ ਨੇ ਜਿਹੜਾ ਸਰਕਲ ਟਰੈਵਲ ਕਰਨਾ ਉਹਦਾ ਰੇਡੀਅਸ ਘੱਟ ਹੈ। ਜਿਵੇਂ ਜਿਵੇਂ ਆਪਾਂ ਦੂਰ ਜਾਂਦੇ ਜਾਵਾਂਗੇ ਐਕਸਿਸ ਆਫ ਰੋਟੇਸ਼ਨ ਤੋਂ, ਉਵੇਂ ਉਵੇਂ ਸਰਕਲ ਜਿਹੜਾ ਹੈ ਉਹ ਵੱਡਾ ਹੁੰਦਾ ਜਾਏਗਾ। ਠੀਕ ਹੈ, ਰੇਡੀਅਸ ਆਫ ਸਰਕਲ
ਜਿਹੜਾ ਹੈ ਪਾਰਟੀਕਲ ਦੀ ਟ੍ਰੈਜੈਕਟਰੀ ਦਾ ਜਿਹੜਾ ਰੇਡੀਅਸ ਹੈ ਸਰਕਲ ਦਾ ਉਹ ਕੀ ਹੁੰਦਾ ਜਾਏਗਾ, ਵੱਡਾ ਹੁੰਦਾ ਜਾਏਗਾ। ਠੀਕ ਹੈ, ਹੁਣ ਦੇਖੋ ਸਾਰੇ ਪਾਰਟੀਕਲਸ ਨੇ ਸੇਮ ਟਾਈਮ ਤੇ ਵਾਪਸ ਆਣਾ ਹੈ, ਸਾਰੇ ਦੇ ਸਾਰੇ ਪਾਰਟੀਕਲਸ ਨੇ ਸੇਮ ਟਾਈਮ ਤੇ ਵਾਪਸ ਆਣਾ, ਐਵੇਂ ਤਾਂ ਨਹੀਂ ਨਾ ਵੀ ਇਹ ਪਹਿਲਾਂ ਆ ਰਿਹਾ ਹੈ ਬਾਅਦ ਚੋਂ ਆ ਰਿਹਾ ਹੈ, ਬਈ ਪੂਰੇ ਦਾ ਪੂਰਾ ਪੰਖ ਇੱਕ ਵਾਰ 'ਚ ਹੀ ਵਾਪਸ ਆਉਂਦਾ ਨਾ, ਇੱਕ ਪੂਰੀ ਰੋਟੇਸ਼ਨ ਕਰਕੇ। ਇਟ ਮੀਨਸ ਕਿ ਟਾਈਮ ਪੀਰੀਅਡ ਸਾਰਿਆਂ ਦੇ ਲਈ ਸੇਮ ਹੈ, ਸਾਰੇ ਪਾਰਟੀਕਲ ਸੇਮ ਟਾਈਮ ਦੇ ਅੰਦਰ ਆਪਣੀ ਇੱਕ ਰੋਟੇਸ਼ਨ ਜਿਹੜੀ ਹੈ ਉਹਨੂੰ ਪੂਰੀ ਕਰ ਰਹੇ ਹੈ। ठीक है, एक चक्कर ਨੂੰ पूरा कर रहे हैं। ਤਾਂ ਜੇ टाइम सेम है और डिस्टेंस डिफरेंट है, दोनों सारिਆਂ ने ਸਰਕਮਫਰੈਂਸ डिस्टेंस डिफरेंट ट्रैवल करनी है, ਇਹਨੇ ਘੱਟ ਸਰਕਮਫਰੈਂਸ ट्रैवल करनी है, ऑन द अदर हैंड ਇਹਨੇ ਜਿਹੜੀ ਹੈ ਵਾਧੂ ਸਰਕਮਫਰੈਂਸ ट्रैवल करनी है। ठीक है, ਜੇ ਹੁਣ ਇਹਨੇ ਇੰਨੀ ਵੱਡੀ ਸਰਕਮਫਰੈਂਸ ट्रैवल करनी है ਬਈ ਸੇਮ ਟਾਈਮ ਦੇ ਅੰਦਰ, ਤਾਂ ਸਿੱਧੀ ਜੀ ਗੱਲ ਹੈ ਇਹਦੀ ਵੈਲੋਸਿਟੀ ਨੂੰ ਜ਼ਿਆਦਾ ਹੋਣਾ ਪਏਗਾ, ਇਸ ਪਾਰਟਿਕੂਲਰ ਪੁਆਇੰਟ ਦੀ ਵੈਲੋਸਿਟੀ ਨੂੰ ਜਿਹੜਾ ਹੈ ਜ਼ਿਆਦਾ ਹੋਣਾ ਪਏਗਾ, ਇਹਦੇ v ਨੂੰ ਜੋ ਹੈ ਜ਼ਿਆਦਾ ਹੋਣਾ ਪਏਗਾ। ठीक है, ਤਾਂ ਦੇਖੋ ਜਿਹੜਾ v ਹੁੰਦਾ ਦੇਖੋ r ਓਮੇਗਾ ਹੁੰਦਾ ਹੈ ਨਾ, ਤਾਂ ਇਟ ਮੀਨਸ ਰੇਡੀਅਸ, ਜਿਵੇਂ ਜਿਵੇਂ ਰੇਡੀਅਸ ਵੱਧਦਾ ਜਾ ਰਿਹਾ ਹੈ, ਐਕਸਿਸ ਆਫ ਰੋਟੇਸ਼ਨ ਤੋਂ ਡਿਸਟੈਂਸ ਵੱਧਦਾ ਜਾ ਰਿਹਾ ਹੈ, ਉਵੇਂ ਉਵੇਂ ਵੈਲੋਸਿਟੀ ਇੰਕਰੀਜ਼ ਹੁੰਦੀ ਜਾ ਰਹੀ ਹੈ ਪੁਆਇੰਟ ਦੀ। ਤਾਂ ਯਾਦ ਰੱਖਣਾ ਹੈ ਕਿ ਰੋਟੇਸ਼ਨਲ ਮੋਸ਼ਨ ਦੇ ਅੰਦਰ ਸਾਰੇ ਪੁਆਇੰਟਸ ਦੀ ਵੈਲੋਸਿਟੀ ਜਿਹੜੀ ਹੈ ਉਹ ਸੇਮ ਨਹੀਂ ਰਹੇਗੀ, ਜਿੰਨਾ ਪੁਆਇੰਟ ਐਕਸਿਸ ਦੇ ਕੋਲ ਹੋਏਗਾ ਉਨੀ ਉਹਦੀ ਵੈਲੋਸਿਟੀ ਘੱਟ ਹੋਏਗੀ, ਕਿਉਂਕਿ ਉਹਨੇ ਘੱਟ ਡਿਸਟੈਂਸ ਟਰੈਵਲ ਕਰਨਾ ਹੈ, ਉਹਨੇ ਘੱਟ ਸਰਕਮਫਰੈਂਸ ਟਰੈਵਲ ਕਰਨੀ ਹੈ, और जितना पॉइंट एक्सिस तो दूर होता जाएगा उन्नी ज्यादा ਉਹਦੀ velocity जो है वो इंक्रीज होती जाएगी। ठीक है, उन्नी ज्यादा ਉਹਦੀ velocity की होती जाएगी, इंक्रीज होती जाएगी। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਰਿਜਿਡ ਬੋਡੀ ਜਦੋਂ ਟ੍ਰਾਂਸਲੇਸ਼ਨਲ ਮੋਸ਼ਨ ਕਰ ਰਹੀ ਹੈ, ਮਤਲਬ ਕਿ स्ट्रेट लाइन मोशन कर रही है, तो ਉਹਦੇ ਅੰਦਰ ਉਹਦੀ velocity ਸਾਰੇ ਪੁਆਇੰਟਸ ਦੀ velocity ਸਾਰੇ ਪੁਆਇੰਟ ਮਾਸਸ ਦੀ velocity सेम ਰਹਿੰਦੀ ਹੈ। ऑन द अदर हैंड ਜਦੋਂ ਬੋਡੀ रोटेशनल मोशन कर रही है, रिजिड बॉडी रोटेशनल मोशन कर रही है, ਤਾਂ ਸਾਰੇ ਪੁਆਇੰਟਸ ਦੀ ਜਿਹੜੀ velocity ਹੈ ਉਹ सेम नहीं ਹੁੰਦੀ। ठीक है, सारे पॉइंट्स ਦੀ velocity सेम ਜਿਹੜੀ ਹੈ ਉਹ नहीं ਹੁੰਦੀ। रीजन बीइंग सिंपल, क्योंकि ਸਾਰਿਆਂ ਦੇ ਸਰਕਲ ਦਾ ਸਰਕਮਫਰੈਂਸ ਜਿਹੜਾ ਹੈ ਡਿਫਰੈਂਟ ਹੈ, ਸਾਰਿਆਂ ਦਾ ਟਾਈਮ ਪੀਰੀਅਡ ਸੇਮ ਹੈ, ਸਭ ਨੇ ਸੇਮ ਟਾਈਮ ਦੇ ਅੰਦਰ ਵਾਪਸ ਆਣਾ ਹੈ। ਬਈ ਜੇ ਸੇਮ ਟਾਈਮ ਦੇ ਅੰਦਰ ਵਾਪਸ ਆਣਾ ਹੈ ਤਾਂ ਵੈਲੋਸਿਟੀ ਉਹਨਾਂ ਪਾਰਟੀਕਲਸ ਦੀ ਜਿਹੜੇ ਕਿ ਐਕਸਿਸ ਤੋਂ ਦੂਰ ਹੈ ਉਹਨਾਂ ਦੀ ਵੈਲੋਸਿਟੀ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਦ ਵਨਸ ਜਿਹੜੇ ਐਕਸਿਸ ਦੇ ਕੋਲ ਹੈ। ਤਾਂ ਇਹ ਫੰਡਾ ਤੁਹਾਨੂੰ ਪਤਾ ਹੋਣਾ ਚਾਹੀਦਾ, ਐਗਜ਼ਾਮ ਦੇ ਅੰਦਰ ਡਾਇਰੈਕਟ ਕੁਐਸਚਨ ਤੁਹਾਡਾ ਆਇਆ ਹੋਵੇ। ਠੀਕ ਹੈ, देखो जो पार्टिकल इंटरैक्ट करते एक दूजे नाल रिजिड बॉडी के अंदर, ठीक है, जो पार्टिकल इंटरैक्ट करते एक दूजे के नाल, ਤਾਂ ਇਦਾਂ ਦੇ ਜਿਹੜੇ ਫੋਰਸ ਹੈ ਉਹਨੂੰ ਆਪਾਂ ਇੰਟਰਨਲ ਫੋਰਸ ਕਹਿੰਦੇ ਆ। ਦੇਖੋ ਕੋਈ ਵੀ ਰਿਜਿਡ ਬੋਡੀ ਹੈ, ਠੀਕ ਹੈ, ਰਿਜਿਡ ਬੋਡੀ ਦੇ ਉੱਪਰ ਦੋ ਤਰੀਕੇ ਦੇ ਫੋਰਸ ਲੱਗਦੇ ਹੈ, ਸਮਝੋ ਇਸ ਗੱਲ ਨੂੰ, ਦੋ ਤਰੀਕੇ ਦੇ, ਇੱਕ ਤਾਂ ਫੋਰਸ ਹੋ ਗਏ ਇੰਟਰਨਲ, ਦੂਜੇ ਫੋਰਸ ਹੁੰਦੇ ਆ ਐਕਸਟਰਨਲ। ਇੰਟਰਨਲ ਫੋਰਸਸ ਨਾਮ ਤੋਂ ਹੀ ਪਤਾ ਲੱਗ ਰਿਹਾ ਜਿਹੜੀ ਇੰਟਰੈਕਸ਼ਨਸ ਪਾਰਟੀਕਲਸ ਆਪਸ ਦੇ ਅੰਦਰ ਕਰ ਰਹੇ, ਹੁਣ ਉਹਨਾਂ ਦੇ ਅੰਦਰ ਗ੍ਰੈਵਿਟੇਸ਼ਨਲ फोर्स भी लग रहा हो सकता है, स्ट्रॉन्ग न्यूक्लियर फोर्सेस भी लग रहे हो सकते हैं। ठीक है, जिवें कि न्यूक्लियस के अंदर लगते हैं, तो वो सारे की है इंटरनल फोर्सेस है। ते एक्सटर्नल फोर्सेस जेडे है वो बाहर तो लग रहे हैं बॉडी ते, तो याद रखना है जेडे बॉडी के ऊपर एक्सटर्नल फोर्स लगते हैं, ठीक है, एक्सटर्नल फोर्स लगते हैं वो आउटसाइड द सिस्टम लगते हैं। ठीक है, आउटसाइड ऑफ द सिस्टम तो लगते हैं, जिवें कि देखो हुण इस फुटबॉल के अंदर ਜਿਹੜੇ ਫੋਰਸ ਇਹਦੇ ਅੰਦਰ ਪ੍ਰੈਸ਼ਰ ਐਗਜ਼ਰਟ ਕਰ ਰਹੀ ਹੈ, ਇਹਦੇ ਅੰਦਰ ਹਵਾ ਹੈ, ਇਹ ਪ੍ਰੈਸ਼ਰ ਐਗਜ਼ਰਟ ਕਰ ਰਹੀ ਹੈ ਵਾਲਸ ਤੇ, ਔਰ ਅੰਦਰ ਵੀ ਪਾਰਟੀਕਲਸ ਜਿਹੜੇ ਹੈ 에ਅਰ ਦੇ ਉਹ ਕੋਲਾਈਡ ਹੋ ਰਹੇ ਹੈ। ਠੀਕ ਹੈ, ਤਾਂ ਉਹ ਪ੍ਰੈਸ਼ਰ ਲਗਾ ਰਹੇ ਹੈ ਇੱਕ ਦੂਸਰੇ ਤੇ, ਤਾਂ ਉਹ ਇੱਕ ਤਰੀਕੇ ਦਾ ਕੀ ਹੋ ਗਿਆ, ਇੰਟਰਨਲ ਫੋਰਸ ਹੋ ਗਿਆ। ਔਨ ਦਾ ਅਦਰ ਹੈਂਡ ਜਦੋਂ ਬਾਹਰੋਂ ਕਿਸੇ ਨੇ ਨੂੰ ਹਿੱਟ ਕਰਿਆ ਤਾਂ ਉਹ ਐਗਜ਼ਾਮਪਲ ਕਾਦਾ ਹੋ ਗਿਆ, ਐਕਸਟਰਨਲ ਫੋਰਸਸ ਦਾ ਹੋ ਗਿਆ। याद रखना है इन नॉर्मल केसेस, देखो जे दो पार्टिकल्स है, मान लो एक रिजिड बॉडी है, ठीक है, ਇਹਦੇ ਅੰਦਰ ਇਹ ਪਾਰਟੀਕਲ 1 ਹੈ, ਇਹ ਪਾਰਟੀਕਲ 2 ਹੈ, ਜੇ ਇਹ ਪਾਰਟੀਕਲ ਇਹਦੇ ਉੱਪਰ F12 ਇੱਕ ਫੋਰਸ ਲਗਾ ਰਿਹਾ ਹੈ, ਤਾਂ ਬਈ ਸਿੱਧੀ ਜੀ ਗੱਲ ਹੈ ਇਹ ਪਾਰਟੀਕਲ ਵੀ ਇਹਦੇ ਉੱਪਰ ਇੱਕ F21 ਫੋਰਸ ਲਗਾ ਰਿਹਾ ਹੋਏਗਾ, ਜੋ ਕਿ ਇਕੁਅਲ ਐਂਡ ਆਪੋਜ਼ਿਟ ਇਨ ਮੈਗਨੀਟਿਊਡ ਹੋਏਗਾ, ਯਾਨੀ ਕਿ F12 ਜਿਹੜਾ ਹੋਏਗਾ ਉਹ ਬਰਾਬਰ ਹੋਏਗਾ ਮਾਈਨਸ ਆਫ F21 ਦੇ। ठीक है, तो इस करके रिजिड बॉडीज ਲਈ ਜਿਹੜੇ इंटरनल फोर्सेस है वो जीरो हो जाते हैं। ठीक है, इसे करके ਜਿਹੜੀ ਆਪਾਂ इक्वेशन लिखते हैं F is equal to ma, ਉਹਦੇ ਅੰਦਰ ਜਿਹੜਾ ਇਹ फोर्स है वो ਕਿਹੜਾ फोर्स है, सिर्फ एक्सटर्नल फोर्स है, क्योंकि इंटरनल फोर्सेस बॉडी ਜਿਹੜੀਆਂ है वो पार्टिकल्स कैंसल कर देंगे, एक पार्टिकल दूसरे ਤੇ लगा रहे तो दूसरा भी पहले ਤੇ लगा रहे, न्यूटन ਦਾ थर्ड लॉ। ठीक है, एवरी एक्शन हैज इक्वल एंड ऑपोजिट रिएक्शन, ਤਾਂ ਇਹਦੇ ਕਰਕੇ ਜਿਹੜੇ ਇੰਟਰਨਲ ਫੋਰਸਸ ਹੈ ਉਹ ਨੈਟ ਕੀ ਹੋ ਜਾਂਦੇ, ਜ਼ੀਰੋ ਹੋ ਜਾਂਦੇ ਰਿਜਿਡ ਬॉडी ਦੇ ਅੰਦਰ। ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈ। ठीक है, ਹੁਣ ਦੇਖੋ ਵੈਰੀ ਇੰਪੋਰਟੈਂਟ ਕਨਸੈਪਟ ਆਫ ਸੈਂਟਰ ਆਫ ਮਾਸ। ਦੇਖੋ ਸੈਂਟਰ ਆਫ ਮਾਸ ਕੀ ਹੈ, ਇਟਸ ਪਾਰਟੀਕਲ ਸਿਸਟਮ ਆਫ ਪਾਰਟੀਕਲਸ ਹੈ, ਜਾਂ ਕਿਸੇ ਵੀ ਰਿਜਿਡ ਬॉडी ਦਾ ਜਿਹੜਾ ਸੈਂਟਰ ਆਫ ਮਾਸ ਹੈ ਉਹ ਇੱਕ ਪੁਆਇੰਟ ਹੈ ਜਿਹੜਾ ਕਿ ਬॉडी ਦੇ ਅੰਦਰ ਵੀ ਹੋ ਸਕਦਾ ਹੈ, ਜਾਂ ਫਿਰ ਬॉडी ਦੇ ਬਾਹਰ ਵੀ ਹੋ ਸਕਦਾ ਹੈ, ਜਾਂ ਫਿਰ ਉਹਦੇ ਸਰਫੇਸ ਤੇ ਵੀ ਹੋ ਸਕਦਾ ਹੈ। ਇਸ ਚੀਜ਼ ਨੂੰ ਧਿਆਨ ਰੱਖਣਾ, ਬੱਚੇ ਇੱਧਰ ਗਲਤੀ ਕਰੇ ਆਉਂਦੇ ਹੈ
ਜਿਹੜਾ ਸਾਡਾ ਸੈਂਟਰ ਆਫ ਮਾਸ ਹੈ ਉਹ ਬੋਡੀ ਦੇ ਇਨਸਾਈਡ ਵੀ ਹੋ ਸਕਦਾ ਹੈ, ਬੋਡੀ ਦੇ ਆਊਟਸਾਈਡ ਵੀ ਹੋ ਸਕਦਾ ਹੈ, ਔਰ ਬੋਡੀ ਦੇ ਸਰਫੇਸ ਦੇ ਉੱਪਰ ਵੀ ਹੋ ਸਕਦਾ ਹੈ। ਸੋਲਿਡ ਬੋਡੀਜ਼ ਲਈ ਜਨਰਲੀ ਸੈਂਟਰ ਆਫ ਮਾਸ ਬੋਡੀ ਦੇ ਅੰਦਰ ਹੋਏਗਾ, ਹੋਲੋ ਬੋਡੀਜ਼ ਲਈ ਉਹਦੇ ਸਰਫੇਸ ਤੇ ਵੀ ਹੋ ਸਕਦਾ ਔਰ ਸਰਫੇਸ ਤੋਂ ਬਾਹਰ ਵੀ ਹੋ ਸਕਦਾ, ਆਪਾਂ ਦੇਖਾਂਗੇ ਵੀ। ਠੀਕ ਹੈ, ਤਾਂ ਇਹ ਜਿਹੜਾ ਹੈ ਜਿੱਥੇ ਕਿ ਆਪਾਂ ਅਸਿਊਮ ਕਰ ਲੈਣੇ ਕਿ ਸਾਰਾ ਇੰਟਾਇਰ ਮਾਸ ਬੋਡੀ ਦਾ ਕੀ ਹੈ, ਕੰਸਨਟ੍ਰੇਟਡ ਹੈ। ਇਸ ਪੁਆਇੰਟ ਨੂੰ ਆਪਾਂ ਕੀ ਕਹਿ ਦਿੰਦੇ ਆ, ਸੈਂਟਰ ਆਫ ਮਾਸ ਕਹਿ ਦਿੰਦੇ ਆ। ਹੁਣ ਇਸ ਪੁਆਇੰਟ ਦੀ ਖਾਸੀਅਤ ਕੀ ਹੈ, ਇਸ ਪੁਆਇੰਟ ਤੇ ਸਮ ਆਫ ਮਾਸ ਮੂਵमेंट्स ਆਫ ਪਾਰਟੀਕल्स जो है वो जीरो हो जाता है। कहने का मतलब कि जे मान लो एक रिजिड बॉडी है, ठीक है, रिजिड बॉडी है, ਇਹਦਾ कुछ सेंटर ऑफ मास होएगा, ਇਹਦੇ अंदर देखो कुछ पार्टिकल्स हैं, ठीक है, m1 m2 m3 करके ਇਹਨਾਂ ਪਾਰਟੀਕल्स ਦੇ ਕੋਆਰਡੀਨੇਟਸ ਹੋਣਗੇ, ਠੀਕ ਹੈ, ਕੋਆਰਡੀਨੇਟਸ ਹੋਣਗੇ x1 y1 x2 y2 ਐਵੇਂ ਕੋਆਰਡੀਨੇਟਸ ਹੋਣਗੇ। ਤਾਂ ਤੁਸੀਂ ਦੇਖੋਗੇ ਕਿ ਸੈਂਟਰ ਆਫ ਮਾਸ ਤੇ m1 x1 plus m2 x2 plus so on up till mn xn ਕੀ ਹੋ ਜਾਂਦਾ ਹੈ, ਜ਼ੀਰੋ ਹੋ ਜਾਂਦਾ ਹੈ। ਕਹਿਣ ਦਾ ਮਤਲਬ summation I is equal to 1 to n mi xi ਜ਼ੀਰੋ ਹੋ ਜਾਂਦਾ ਹੈ at center of mass। same ਚੀਜ਼ y coordinate ਲਈ ਵੀ true hold ਕਰੇਗੀ। ਤਾਂ ਇਹ ਕੀ ਹੁੰਦੇ, ਇਹਨੂੰ ਆਪਾਂ ਕੀ ਕਹਿੰਦੇ ਆ, m1 x1 ਨੂੰ m1 ਦਾ ਮਾਸ ਮੂਵਮੈਂਟ ਕਵਾਂਗੇ, mi xi ਕੀ ਹੋ ਗਿਆ, ਮਾਸ ਮੂਵਮੈਂਟ ਆਫ ith ਮਾਸ। ठीक है, तो जो भी किसी चीज के अगे मूवमेंट लग जाए, ये मूवमेंट वर्ड आप अगे भी पढ़ना है, ठीक है, जिवें टॉर्क नूं की कहंदे आ, मूवमेंट ऑफ फोर्स कहंदे आ। जो आप टॉर्क लिखते हैं, आप की करते हैं, फोर्स नूं मल्टीप्लाई करते हैं विद रेडियस विद डिस्टेंस। तो जो भी किसी क्वांटिटी का मूवमेंट हो रहा है, तो आप उन्होंने किहदे नाल मल्टीप्लाई कर देंगे, आर दे नाल, डिस्टेंस दे नाल। देखो ये चीज इत्थे करिए, जो आप मास का मूवमेंट करिया, तो आप की करिया, मास नूं मल्टीप्लाई करता किहदे नाल, डिस्टेंस दे नाल। ठीक है जी, तो ये हो जाता है इस पॉइंट ते सेंटर ऑफ मास ते याद रखना है, सम ऑफ मास मूवमेंट्स की हो जाता है, जीरो हो जाता है। इस चीज का आप ध्यान रखना है। देखो जो सेंटर ऑफ मास है मैं तुहानू दस्सिया है, बॉडी के अंदर भी हो सकता है, बॉडी के बाहर भी हो सकता है, और बॉडी के सरफेस के उपर भी जिहड़ा है सेंटर ऑफ मास हो सकता है। ठीक है, हुण देखो कोआर्डीनेट्स सेंटर ऑफ मास दे जे सिस्टम ऑफ पार्टिकल्स दिता होवे, ठीक है, जे साडे कोल सिस्टम ऑफ पार्टिकल्स है, मान लो एवें करके साडे कोल एक सिस्टम है पार्टिकल्स का, ਇਹਦੇ ਅੰਦਰ ਵੱਖ-ਵੱਖ ਤੁਹਾਡੇ ਮਾਸਸ ਹੋਣਗੇ। ਜੇ ਮੈਂ ਹੁਣ ਇਹਦਾ ਸੈਂਟਰ ਆਫ ਮਾਸ ਲੋਕੇਟ ਕਰਨਾ ਹੈ, ਤਾਂ ਇਹਦਾ ਫਾਰਮੂਲਾ ਕੀ ਹੋਏਗਾ, ਇਹਦਾ ਫਾਰਮੂਲਾ ਹੋਏਗਾ ਬਈ m1 x1 m2 x2 m3 x3 up to so on plus mn xn whole divided by total mass of the body, that is m1 m2 up till mn। ठीक है, तो देखो जो तीन मास की बॉडी है, जिवें इत्थे तीन का एग्जांपल लिया कि 3 पार्टिकल्स है m1 m2 m3 लोकेटेड एट x1 y1 z1 x2 y2 z2 एंड x3 y3 z3। ठीक है, तो इन्हां दा जे सेंटर ऑफ मास दे जेडे x कोऑर्डिनेट होएगा वो की होएगा m1 x1 m2 x2 m3 x3 होल डिवाइडेड बाय टोटल मास, दैट इज m1 m2 m3। एवें ही तुसीं y कोऑर्डिनेट लिख सकदे हो, इहदे अंदर आ जाएगा m1 y1 m2 y2 m3 y3 होल डिवाइडेड बाय टोटल मास। ਐਵੇਂ ਹੀ ਤੁਸੀਂ z ਕੋਆਰਡੀਨੇਟ ਜਿਹੜਾ ਹੈ ਉਹਨੂੰ ਵੀ ਲਿਖ ਸਕਦੇ ਹੋ। ਤਾਂ ਇਨ ਜਨਰਲ ਜੇ r ਤੁਸੀਂ ਕੋਆਰਡੀਨੇਟ ਲਿਖਣਾ ਹੈ, ਠੀਕ ਹੈ, ਪੋਜੀਸ਼ਨ ਵੈਕਟਰ ਲਿਖਣਾ ਹੈ ਸੈਂਟਰ ਆਫ ਮਾਸ ਦਾ, ਤਾਂ ਉਹ ਕੀ ਹੋ ਜਾਏਗਾ, ਮਾਸ ਮੂਵਮੈਂਟਸ ਦਾ ਸਮ। ਤਾਂ ਇਹ ਕੀ ਹੈ, ਮਾਸ ਮੂਵਮੈਂਟਸ ਹੀ ਹੈ ਨਾ, m1 r1 m2 r2। ਮੈਂ ਤੁਹਾਨੂੰ ਦੱਸਿਆ ਸੀ ਕੋਈ ਵੀ ਕੁਆਂਟੀਟੀ ਦਾ ਮੂਵਮੈਂਟ ਕੀ ਹੁੰਦਾ, ਉਹਨੂੰ ਰੇਡੀਅਸ ਨਾਲ, r ਨਾਲ, ਰੇਡੀਅਲ ਵੈਕਟਰ ਨਾਲ ਮਲਟੀਪਲਾਈ ਕਰ ਦੇਣਾ। ਠੀਕ ਹੈ, ਤਾਂ ਇਹ ਹੋ ਜਾਏਗਾ ਮਾਸ ਮੂਵਮੈਂਟਸ ਦਾ ਸਮ ਅਪਨ ਟੋਟਲ ਮਾਸ ਆਫ ਦ ਬੋਡੀ। ਠੀਕ ਹੈ, ਤਾਂ ਇਹ ਕੀ ਹੋ ਜਾਏਗਾ ਤੁਹਾਡਾ, this will be sum of mass movements of all particles about origin upon total mass। ठीक है जी, तो ये ਤੁਹਾਡੇ center of mass ਦੇ ਕੀ ਨਿਕਲੇ ਆਣਗੇ, coordinates ਜਿਹੜੇ ਹੈ ਉਹ ਨਿਕਲੇ ਆਣਗੇ। ठीक है, center of mass देखो independent है origin तो, क्यों, देखो origin ਜਿਹੜਾ ਹੈ, origin means coordinate system। coordinate system एक hypothetical concept है कि मैं ਇੱਥੇ ਖੜੇ ਕੋਈ coordinate system ਆਪਣੀ ਅੱਖਾਂ ਨਾਲ ਦੇਖ ਸਕਦੀ ਹਾਂ, ਨਹੀਂ। ठीक है, वो आप सिर्फ इमेजिन करते हैं फॉर द सेक ऑफ कन्वीनियंस, पर सेंटर ऑफ मास एक रियल कॉन्सैप्ट है, हर बॉडी का सेंटर ऑफ मास हुंदा है। तो जे तुसी कोऑर्डिनेट सिस्टम चेंज कर दो तो ਉਹਦੇ ਨਾਲ सेंटर ऑफ मास चेंज नहीं होएगा। ठीक है, तो यही मतलब है कहने ਦਾ कि ਜਿਹੜਾ सेंटर ऑफ मास है बई ਉਹ डिपेंड नहीं करता किदे ते, ओरिजिन ते। ठीक है, जे कोई भी दो पार्टिकल्स हैगे है, ठीक है, तो ਉਹਨਾਂ ਦਾ सेंटर ऑफ मास स्ट्रेट लाइन जॉइनिंग देम टू पार्टिकल्स ते रहेगा। हमेशा याद रखना है कि जिवें मान लो ये दो पार्टिकल्स है m मास दे, तो बई इन्हां दा सेंटर ऑफ मास ये लाइन स्ट्रेट लाइन जॉइनिंग देम ते होएगा, कदे भी उरे नहीं हो सकदा। ठीक है, स्ट्रेट लाइन जॉइनिंग देम ते ही होएगा, और किदे वाल होएगा, इट विल बी लोकेटेड नियर टू द हैवियर पार्टिकल। ਉਹਦਾ अंडरस्टूड ही है। ठीक है, जिधर ਨੂੰ ਤੁਹਾਡਾ हैवी पार्टिकल होएगा उधर ਨੂੰ ही ਤੁਹਾਡਾ ਜਿਹੜਾ ਹੈ मोस्टली मास कंसंट्रेटेड होएगा। ਬਈ ਇੱਕ ਮਿੰਟ ਮੈਂ ਫੋਨ ਨੂੰ ਸਾਇਲੈਂਟ ਕਰ ਲਾ। ਹਾਂਜੀ, ठीक है जी, चल ਹੁਣ ਦੇਖੋ ਪੋਜੀਸ਼ਨ ਕੱਢਣ ਦਾ ਮੈਂ ਤੁਹਾਨੂੰ ਫਾਰਮੂਲਾ ਦੱਸਦਾ ਸੀ, ਬਈ ਐਵੇਂ ਹੀ ਤੁਸੀਂ ਵੈਲੋਸਿਟੀ ਕੱਢ ਸਕਦੇ ਹੋ। ਉੱਥੇ ਕੀ ਹੋ ਜਾਏਗਾ,
आर की जगह पे वी आ जाएगा, तो m1v1 प्लस m2v2 अप टिल सो ऑन mn होल डिवाइडेड बाय टोटल मास। जे एक्स कंपोनेंट ऑफ वेलोसिटी कढना है तो की हो जाएगा m1vx, मतलब कि v1 का भी x कंपोनेंट प्लस m2vx प्लस mnvx तक, ठीक है, होल डिवाइडेड बाय टोटल मास। एवें ही तुसी एक्सेलरेशन कढ सकते हो, एवें ही तुसी बॉडी का की कर सकते हो, मोमेंटम कढ सकते हो, ठीक है जी। चलो ये कुछ रैंडम ਜਿਹੜੇ है सॉरी कुछ ਤੁਹਾਡੇ सेंटर ऑफ मासेस है ਜਿਹੜੇ ਕਿ ਤੁਹਾਨੂੰ ਪਤਾ ਹੋਣੇ ਚਾਹੀਦੇ, ਜਿਵੇਂ यूनिफॉर्म रॉड है ਬਈ ਉਹਦਾ सेंटर ऑफ मास ਉਹਦੇ ਬਿਲਕੁਲ सेंटर ਦੇ ਅੰਦਰ ਹੋਏਗਾ। ਜੇ ਗੱਲ ਕਰੀਏ ਇੱਕ ट्रायंगल ਦੀ, ट्रायंगुलर ਲੈਮਿਨਾ ਦੀ, ਲੈਮਿਨਾ मतलब सॉलिड है ट्रायंगल, ਜਿਵੇਂ ਕਿ ਐਲੂਮੀਨੀਅਮ ਫੋਇਲ ਲਿਆ ਔਰ ਉਹਦਾ ਇੱਕ ट्रायंगल ਕੱਟ ਲਿਆ ਤਾਂ ਉਹ ਇੱਕ ਕੀ ਹੋ ਗਿਆ, ट्रायंगुलर ਲੈਮਿਨਾ, ट्रायंगुलर शीट होगी बेसिकली। ਇਹਦਾ सेंटर ऑफ मास ਕਿਹਦੇ ਤੇ ਲਾਈ ਕਰੇਗਾ, सेंट्रोइड ਤੇ, ठीक है। सेंट्रोइड ਕੀ ਹੋਇਆ, ਇਹਨਾਂ ਤਿੰਨਾਂ ਮੀਡੀਅਨਸ ਦਾ ਜਿਹੜਾ ਇੰਟਰਸੈਕਸ਼ਨ ਹੈ ਉਹਦੇ ਤੇ ਲਾਈ ਕਰੇਗਾ ਔਰ ਇਹਦੇ ਜਿਹੜੇ ਕੋਆਰਡੀਨੇਟਸ ਹੋਣਗੇ, ठीक है, मतलब कि बेस ਦੇ सेंटर ਤੋਂ ਜੇ ਇਸ ਪੁਆਇੰਟ ਨੂੰ ਆਪਾਂ origin ਮੰਨੀਏ ਤਾਂ ਇਧਰੋਂ h/3 ਹਾਈਟ ਤੇ ਹੋਣਗੇ, ठीक है। ਤਾਂ ਇਹਦੇ ਕੋਆਰਡੀਨੇਟਸ ਕਿੰਨੇ ਬਣ ਜਾਣਗੇ ਬਈ, ਇਹਦੇ ਕੋਆਰਡੀਨੇਟਸ ਜਿਹੜੇ ਹੈ ਉਹ ਬਣ ਜਾਣਗੇ 0,h/3 ਜੇ ਆਪਾਂ ਬੇਸ ਦੇ सेंटर ਨੂੰ origin ਲਈਏ, ठीक है। ਤਾਂ ਇਹ ਹੋ ਗਿਆ ਸਾਡਾ ट्रायंगुलर ਲੈਮਿਨਾ। ਉਸ ਤੋਂ ਬਾਅਦ ਦੇਖੋ ਜਿਹੜਾ ਰੈਕਟੈਂਗੂਲਰ ਲੈਮਿਨਾ ਹੁੰਦਾ ਹੈ, दोनों दो किस डायगनल्स दी इंटरसेक्शन, ठीक है, बेस तो h/2 हाइट ते, जे h टोटल साइड है, ठीक है, केड़ी साइड है, लॉन्गर साइड है, ठीक है। उस तो बाद देखो जेड़ा सेमी सर्कुलर लेमिना है या डिस्क, सेमी सर्कुलर डिस्क कह लो, ओदा जेड़ा सेंटर ऑफ मास है वो 4r/3π हाइट ते हुंदा है, जिथे r की है रेडियस ऑफ सेमी सर्कल है, ठीक है। ये फॉर्मूले भाई याद रखने पैने हैं, ठीक है। उस तो तुसी स्क्रीनशॉट ले सकते हो नाल नाल। सेमी सर्कुलर प्लेट दा, जे एक प्लेट मान लो कि एक पिज़्ज़ा बेसिकली, ठीक है, एक प्लेट ਆਪਾਂ ਕੀ ਕਰ ਰਹੇ ਹਾਂ, ਇੱਕ ਪੀਜ਼ਾ ਦੀ ਸਲਾਈਸ ਕੱਟ ਰਹੇ ਹਾਂ, ਜੇ ਉਹਦਾ ਆਪਾਂ ਸੈਂਟਰ ਆਫ ਮਾਸ ਕੱਢਣਾ, ਸਿੱਧੀ ਜੀ ਗੱਲ ਹੈ, ਥੀਟਾ ਤੇ ਡਿਪੈਂਡ ਕਰੇਗਾ, ਕਿਉਂਕਿ ਜਿੰਨਾ ਮਰਜ਼ੀ ਵੱਡਾ ਸੈਕਟਰ ਤੁਸੀਂ ਕੱਟ ਸਕਦੇ ਹੋ, ਡਿਪੈਂਡ ਕਿਤੇ ਤੇ ਕਰੇਗਾ, ਥੀਟਾ ਤੇ ਕਰੇਗਾ। ਤਾਂ ਇਹਦਾ ਜਿਹੜਾ ਸੈਂਟਰ ਆਫ ਮਾਸ ਹੈ, ਇਟ ਵਿਲ ਬੀ ਐਟ 2r sin थीटा by 3 थीटा फ्रॉम द सेंटर ऑफ द सर्कल। ये एक इमेजिनरी सर्कल है ना, एक पूरे पिज़्ज़ा ਦਾ ਇੱਕ ਸਲਾਈਸ ਹੈ, ਤਾਂ ਉਹ पिज़्ज़ा ਦਾ ਜਿਹੜਾ ਰੇਡੀਅਸ ਹੈ, ठीक है, मतलब उस पिज़्ज़ा ਦਾ ਜਿਹੜਾ ਸੈਂਟਰ ਹੈ ਉਧਰੋਂ ਆਪਾਂ ਇਹ डिस्टेंस दस रहा था, बेसिकली एक्स कोऑर्डिनेट हो गया, ठीक है। वाई दे अंदर तो जीरो ही होएगा। सर्कुलर डिस्क का सेंटर बिल्कुल ओदे सेंटर दे अंदर होएगा, ठीक है, डिस्क पूरी डिस्क का जेड़ा सेंटर ऑफ मास है ओदे बिल्कुल सेंटर दे अंदर होएगा। आर्क देखो, कोई भी सर्कल दी आर्क आपा कट ली, ठीक है, तो हम देखो एक हॉलो बॉडी है, ਇਹਦੇ ਅੰਦਰ ਕੁਝ ਨਹੀਂ, ਇੱਕ ਸਿੰਪਲ ਆਰਕ ਹੈ, ਤਾਂ ਇਹਦਾ ਸੈਂਟਰ ਆਫ ਮਾਸ ਬਾਹਰ ਲਾਈ ਕਰ ਰਿਹਾ। ਦੇਖੋ ਉਹੀ ਮੈਂ ਤੁਹਾਨੂੰ ਦੱਸਿਆ ਸੀ, ਸੈਂਟਰ ਆਫ ਮਾਸ ਬॉडी ਦੇ ਅੰਦਰ ਵੀ ਹੋ ਸਕਦਾ, ਬॉडी ਦੇ ਬਾਹਰ ਵੀ। ਜਿਹੜੇ ਆਪਾਂ ਪਿੱਛੇ ਐਗਜ਼ਾਮਪਲਸ ਦੇਖੇ ਉਹਨਾਂ ਸਾਰਿਆਂ ਦੇ ਅੰਦਰ ਸੀ ਬਈ, ਇਹਦੇ ਬਾਹਰ ਹੈ, ਤਾਂ ਉਹਦੀ ਪੋਜੀਸ਼ਨ ਕੀ ਹੁੰਦੀ ਹੈ, ਇਸ ਆਰਕ ਦਾ ਜਿਹੜੇ ਵੀ ਸਰਕਲ ਦਾ ਇਹ ਪਾਰਟ ਹੈ ਉਹਦਾ ਸੈਂਟਰ, ਉਸਦੇ ਸੈਂਟਰ ਤੋਂ ਕਿੰਨਾ ਡਿਸਟੈਂਸ, r sin थीटा बाय थीटा ਦੇ ਡਿਸਟੈਂਸ ਤੇ ਜਿਹੜਾ ਹੈ ਸੈਂਟਰ ਆਫ ਮਾਸ ਹੁੰਦਾ ਹੈ ਫॉर अ आर्क। उस तो बाद देखो सैमी सर्कुलर रिंग, हुणे की है, सैमी सर्कुलर रिंग है, अंदरों खाली है, तो ਇਹਦਾ ਜਿਹੜਾ सेंटर ऑफ मास है वो 2r/π डिस्टेंस ਤੇ ਹੁੰਦਾ फ्रॉम द बेस, बेस ਦੇ सेंटर ਤੋਂ। क्यूब ਦੇ लॉन्गेस्ट दो डायगोनल्स ਦੀ इंटरसेक्शन पॉइंट ਤੇ ਕੀ ਹੁੰਦਾ है, सेंटर ऑफ मास ਹੁੰਦਾ है एट अ हाइट h/2 फ्रॉम द सेंटर ऑफ द बेस, ठीक है। लास्टली सिलेंडर ਦੇ ਵੀ फ्रॉम द सेंटर ऑफ द बेस हाइट h/2 ਤੇ ਤੁਹਾਨੂੰ सेंटर ऑफ मास ਜਿਹੜਾ ਹੈ ਉਹ ਦੇਖਣ ਨੂੰ ਮਿਲ ਜਾਏਗਾ। सॉलिड हेमीस्फीयर है, मतलब कि एक कौली हुंदी है ना, जिवें जिच आपां सब्जी खाने आ, ਉਹ ਚੀਜ਼ ਹੋ ਗਈ। ਤਾਂ ਦੇਖੋ ਇਹਦੇ ਵੀ ਸੈਂਟਰ ਆਫ ਬੇਸ ਤੋਂ ਜਿਹੜੀ ਹਾਈਟ ਹੈ 3r/8 ਦੀ ਹਾਈਟ ਤੇ ਤੁਹਾਨੂੰ ਇੱਕ ਸੋਲਿਡ ਹੈਮੀਸਫੀਅਰ ਦਾ ਸੈਂਟਰ ਆਫ ਮਾਸ ਦੇਖਣ ਨੂੰ ਮਿਲੇਗਾ। ਹੈਮੀਸਫੇਰਿਕਲ ਸ਼ੈਲ ਦੀ ਗੱਲ ਕਰੀਏ, मतलब कि ਜਿਹੜਾ ਸ਼ੈਲ ਹੈ ਅੰਦਰੋਂ ਖਾਲੀ ਹੈ। ਅੱਛਾ ਸੌਰੀ, ਇਹ ਹੋਇਆ ਐਗਜ਼ਾਮਪਲ ਇੱਕ ਬਾਉਲ ਦਾ, ਇਹ ਤਾਂ ਅੰਦਰੋਂ ਭਰਿਆ ਹੋਇਆ ਹੈ ਕਿਉਂਕਿ ਇਹ ਸ਼ੈਲ ਨਹੀਂ ਹੈ, ਇਹ ਸੋਲਿਡ ਹੈ, ਠੀਕ ਹੈ। ਤਾਂ ਬੇਸਿਕਲੀ ਇੱਕ ਸਫੀਅਰ ਨੂੰ ਹਾਫ ਕੱਟ ਕਰਤਾ, ठीक है। तो ये 3r/8 है, ये लिए r/2 है, ठीक है, r/2 है। सॉलिड कोन दे लिए जेड़ा सेंटर ऑफ मास है वो h/4 हाइट फ्रॉम द बेस दे सेंटर तो, और लास्टली ਤੁਹਾਡਾ हॉलो कोन है ਉਹਦੇ ਲਈ फ्रॉम द हाइट h/3, ठीक है। ਤਾਂ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਹੈ ਦਿਮਾਗ ਦੇ ਅੰਦਰ ਰੱਖਣੀਆਂ ਪੈਣਗੀਆਂ, ਸਕਰੀਨਸ਼ਾਟਸ ਤੁਸੀਂ ਨਾਲ ਨਾਲ ਲੈ ਸਕਦੇ ਹੋ। ਹੁਣ ਦੇਖੋ ਮੂਵਮੈਂਟ ਆਫ ਇਨਰਸ਼ੀਆ ਕੀ ਹੈ, मूवमेंट ऑफ इनर्शिया देखो बेसिकली मास ऑफ रोटेटिंग बॉडी है, मास ऑफ रोटेटिंग बॉडी ਨੂੰ ਆਪਾਂ ਕੀ ਕਹਿ ਦਿੰਦੇ ਆ, मूवमेंट ऑफ इनर्शिया। मतलब कि ਜਿਹੜਾ ਸਾਡਾ ट्रांसलेशन मोशन ਦੇ ਅੰਦਰ मास ਹੁੰਦਾ ਹੈ ਉਹਨੂੰ ਆਪਾਂ ਰਿਪਲੇਸ ਕਰ ਦਿੰਦੇ ਆ ਵਿਦ मूवमेंट ऑफ इनर्शिया इन रोटेशन, ठीक है। ਇਹਦੇ ਅੰਦਰ ਕੀ ਹੋਏਗਾ, ਹੁਣ ਮਾਸ ਕੀ ਕਰਦਾ ਹੈ, ਮਾਸ ਅਪੋਜ਼ਸ, ਜੇ ਟ੍ਰਾਂਸਲੇਸ਼ਨਲ ਮੋਸ਼ਨ ਦੀ ਗੱਲ ਕਰਾਂ ਤਾਂ ਮਾਸ ਅਪੋਜ਼ ਕਰਦਾ ਹੈ ਚੇਂਜ ਇਨ ਸਟੇਟ ਆਫ ਰੈਸਟ ਔਰ ਇਨ ਸਟੇਟ ਆਫ यूनिफॉर्म मोशन। सिमिलरली रोटेशन के अंदर मूवमेंट ऑफ इनर्शिया की करेगा, इट विल अपोज द चेंज इन स्टेट ऑफ रेस्ट और स्टेट ऑफ यूनिफॉर्म रोटेशनल मोशन, ठीक है, यूनिफॉर्म रोटेशनल मोशन अबाउट एन एक्सिस, ठीक है।
ਤਾਂ ਉਹ ਕੀ ਬਣ ਜਾਏਗਾ ਬੋਡੀ ਦਾ ਮੂਵਮੈਂਟ ਆਫ ਇਨਰਸ਼ੀਆ ਇਟ ਮੇ ਬੀ ਕੰਪੇਅਰ ਟੂ ਮਾਸ ਇਨ ਟ੍ਰਾਂਸਲੇਸ਼ਨਲ ਮੋਸ਼ਨ। ਇਹਦਾ ਫਾਰਮੂਲਾ ਕੀ ਹੁੰਦਾ ਹੈ ਤਾਂ ਬਈ ਇਹਦਾ ਫਾਰਮੂਲਾ I ਦੇ ਨਾਲ ਆਪਾਂ ਇਹਨੂੰ ਡਿਨੋਟ ਕਰਦੇ ਹਾਂ m ਬੋਡੀ ਦਾ ਮਾਸ ਇਨਟੂ r ਸਕੁਆਇਰ डिस्टेंस फ्रॉम दी ਜਿਹੜਾ ਤੁਹਾਡਾ एक्सिस है ਜਿਵੇਂ ਮੰਨ ਲਓ ਇਹ ਕੋਈ ਪਾਰਟਿਕੂਲਰ ਬੋਡੀ ਹੈ ਠੀਕ ਹੈ ਇਹਦਾ ਮਾਸ ਕੁਝ ਹੋਏਗਾ m ਇਹਦੇ डिस्टेंस एक्सिस ऑफ रोटेशन ਤੋਂ ਜਿਹੜਾ ਵੀ डिस्टेंस है ਉਹਨੂੰ ਆਪਾਂ ਕੀ ਕਹਿ ਦਿੰਦੇ ਆ ਜਾਂ ਆਪਾਂ ਇਹਦੇ ਲਈ ਸਿਸਟਮ ਆਫ ਪਾਰਟੀਕਲਸ ਕੰਸੀਡਰ ਕਰਦੇ ਆ ਜਿਵੇਂ ਇੱਕ ਰਿਜਿਡ ਬੋਡੀ ਹੈ ਇਹਦੇ ਅੰਦਰ ਕਾਫੀ ਸਾਰੇ ਪਾਰਟੀਕਲਸ ਹੈ मान लो ਇਹਦਾ एक्सिस ऑफ रोटेशन है ਤਾਂ ਇਸ ਪੁਆਇੰਟ ਦਾ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੈ ਉਹ ਕੀ ਹੋ ਜਾਏਗਾ ਇਸ ਪੁਆਇੰਟ ਦਾ ਮਾਸ ਇਨਟੂ डिस्टेंस फ्रॉम द एक्सिस ਦਾ ਸਕੁਆਇਰ ਐਵੇਂ ਹੀ ਇਹਦਾ ਮੂਵਮੈਂਟ ਆਫ ਇਨਰਸ਼ੀਆ ਹੋ ਜਾਏਗਾ ਇਸ ਪੁਆਇੰਟ ਦਾ ਮਾਸ ਇਨਟੂ डिस्टेंस फ्रॉम द एक्सिस ਦਾ ਸਕੁਆਇਰ ਪੂਰੀ ਬੋਡੀ ਦਾ ਮੂਵਮੈਂਟ ਆਫ ਇਨਰਸ਼ੀਆ ਕੀ ਹੋ ਜਾਏਗਾ ਇਹਦਾ ਪੂਰੀ mr ਸਕੁਆਇਰ ਦਾ ਇੰਟੀਗ੍ਰੇਸ਼ਨ ਠੀਕ ਹੈ mr ਸਕੁਆਇਰ ਦਾ इंटीग्रेशन यदि एक याद रखना है एक स्केलर क्वांटिटी है और एदा जेड़ा बेसिकली स्केलर नहीं है टेंसर है ठीक है और एदा जेड़ा SI यूनिट है वो की हो जाएगा एदा kg होया एदा मीटर स्क्वायर ता kg मीटर स्क्वायर एदा की बन गया SI यूनिट बन गया ठीक है ता वही मैं तुहानू कह रही सी मूवमेंट ऑफ इनर्शिया समेशन mi ri स्क्वायर तो जेड़ा है वो लिखा जा सकता है फॉर अ रिजिड बॉडी जिथे ri की है डिस्टेंस ऑफ द पॉइंट मास फ्रॉम द एक्सिस ਹੁਣ ਇਹਦੇ ਅੰਦਰ ਦੋ ਥਿਓਰਮਸ ਆਪਾਂ ਯਾਦ ਰੱਖਣੀਆਂ ਇੱਕ ਹੈ ਪੈਰਲਲ ਐਕਸਿਸ ਥਿਓਰਮ ਦੂਸਰੀ ਹੈ ਪਰਪੈਂਡੀਕੂਲਰ ਐਕਸਿਸ ਥਿਓਰਮ ਇਹ ਵੀ ਤੁਹਾਡੇ ਸਿਲੇਬਸ ਦੇ ਅੰਦਰ ਦਿੱਤੀ ਹੋਈ ਹੈ ਪੈਰਲਲ ਐਕਸਿਸ ਥਿਓਰਮ ਕੀ ਕਹਿੰਦੀ ਹੈ ਕਿ ਜੇ ਕੋਈ ਵੀ ਸਾਡੇ ਕੋਲ ਐਕਸਿਸ ਹੈ ਠੀਕ ਹੈ ਐਕਸਿਸ ਆਫ ਰੋਟੇਸ਼ਨ ਹੈ ਜੇ ਕੋਈ ਵੀ ਐਕਸਿਸ ਆਫ ਰੋਟੇਸ਼ਨ ਹੈ ਜੋ ਬੋਡੀ ਦੇ ਸੈਂਟਰ ਚੋਂ ਪਾਸ ਕਰ ਰਿਹਾ ਹੈ ਕੰਪਲਸ਼ਨ ਕੀ ਹੈ ਕਿ ਜਿਹੜਾ ਐਕਸਿਸ ਆਫ ਰੋਟੇਸ਼ਨ ਗਿਵਨ ਹੈ ਉਹ ਬੋਡੀ ਦੇ ਸੈਂਟਰ ਆਫ ਜੋ ਪਾਸ ਕਰਨਾ ਚਾਹੀਦਾ ਹੈ ਤਾਂ ਉਹਦੇ ਪੈਰਲਲ ਕਿਸੇ ਵੀ ਐਕਸਿਸ ਤੋਂ ਉਹਦੇ ਪੈਰਲਲ ਕੋਈ ਵੀ ਐਕਸਿਸ ਹੋਵੇ ਉਹਦਾ ਮੂਵਮੈਂਟ ਆਫ ਇਨਰਸ਼ੀਆ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਇਸ ਥਿਓਰਮ ਨੂੰ ਯੂਜ਼ ਕਰਕੇ ਜੇ ਮੰਨ ਲਓ ਇਹਦਾ ਮੂਵਮੈਂਟ ਆਫ ਜੇ ਮੰਨ ਲਓ ਇਸ ਐਕਸਿਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਬੋਡੀ ਦਾ I ਹੈ ਔਰ ਇਸ ਐਕਸਿਸ ਦੇ ਅਬਾਊਟ I ਡੈਸ਼ ਹੈ ਤਾਂ I ਡੈਸ਼ ਬਰਾਬਰ ਹੋ ਜਾਏਗਾ I plus mh ਸਕੁਆਇਰ h ਕੀ ਹੈ ਦੋਨਾਂ ਦੇ ਵਿੱਚ ਦਾ ਪਰਪੈਂਡੀਕੂਲਰ ਡਿਸਟੈਂਸ ਦੋਨਾਂ ਐਕਸਿਸ ਦੇ ਵਿੱਚ ਦਾ ਪਰਪੈਂਡੀਕੂਲਰ ਡਿਸਟੈਂਸ ਜੋ ਹੈ h ਹੈ ਔਰ m ਕੀ ਹੈ ਬੋਡੀ ਦਾ ਮਾਸ ਹੈ ठीक है इनू आप न्यूमेरिकल्स के अंदर जो यूज करांगे तो बेटर क्लैरिटी यदि हो जाएगी ठीक है इनू आप कहने हैं पैरेलल एक्सिस थ्योरम पर कंडीशन की है उरे याद रखना है कंडीशन इज कि जेड़ा एक्सिस आप ये ले रहे हैं आई जेड़ा ले रहे हैं मूवमेंट ऑफ इनर्शिया वो मूवमेंट ऑफ इनर्शिया शुड बी अबाउट द एक्सिस पासिंग थ्रू द सेंटर ऑफ द बॉडी ठीक है जेड़ा वो एक्सिस है वो बॉडी दे सेंटर चो जेड़ा है पास करना चाहिए ਤਾਂ ਉਹਦੇ ਪੈਰਲਲ ਐਕਸਿਸ ਦਾ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੋ ਜਾਏਗਾ I ਡੈਸ਼ ਉਹ ਕੀ ਹੋ ਜਾਏਗਾ I plus mh ਸਕੁਆਇਰ ਜਿੱਥੇ h ਕੀ ਹੈ ਡਿਸਟੈਂਸ ਬਿਟਵੀਨ the two axis and m is the mass of the body ठीक है ये हो गया ਤੁਹਾਡਾ parallel axis theorem ठीक है ਹੁਣ ਇਹਦੇ ਅੰਦਰ ਇੱਕ ਚੀਜ਼ ਦਾ ਜਿਹੜਾ ਹੈ ਆਪਾਂ ਗੌਰ ਫਰਮਾਨਾ ਹੈ ਕਿ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਹੈ ਦੇਖੋ ਮੂਵਮੈਂਟ ਆਫ ਇਨਰਸ਼ੀਆ ਕਿਹੜੀ ਚੀਜ਼ਾਂ ਤੇ ਡਿਪੈਂਡ ਕਰ ਰਿਹਾ ਹੈ I is mr square ਤਾਂ ਇੱਕ ਤਾਂ ਮਾਸ ਤੇ ਡਿਪੈਂਡ ਕਰੇਗਾ ਬੋਡੀ ਦੇ ਜੇ ਮਾਸ ਚੇਂਜ ਹੋਏਗਾ ਤਾਂ ਮੂਵਮੈਂਟ ਆਫ ਇਨਰਸ਼ੀਆ ਚੇਂਜ ਹੋਏਗਾ ਜੇ ਮਾਸ ਡਿਸਟ੍ਰੀਬਿਊਸ਼ਨ ਚੇਂਜ ਹੋਏਗੀ मतलब कि ਕਿਵੇਂ ਮਾਸਸ ਤੁਹਾਡੇ ਅਰੇਂਜਡ ਹੈ ਉਵੇਂ ਵੀ ਮੂਵਮੈਂਟ ਆਫ ਇਨਰਸ਼ੀਆ ਚੇਂਜ ਹੋਏਗਾ ਕਿਉਂਕਿ ਸੈਂਟਰ ਆਫ ਮਾਸ ਚੇਂਜ ਹੋਏਗਾ ਔਰ ਜੇ ਐਕਸਿਸ ਆਫ ਰੋਟੇਸ਼ਨ ਚੇਂਜ ਹੋ ਗਿਆ ਤਾਂ ਵੀ ਮੂਵਮੈਂਟ ਆਫ ਇਨਰਸ਼ੀਆ ਚੇਂਜ ਹੁੰਦਾ ਹੈ ਤਾਂ ਯਾਦ ਰੱਖਣਾ ਹੈ ਮੂਵਮੈਂਟ ਆਫ ਇਨਰਸ਼ੀਆ ਕਿਹਨਾਂ ਚੀਜ਼ਾਂ ਨੂੰ ਚੇਂਜ ਕਰਨ ਨਾਲ ਚੇਂਜ ਹੁੰਦਾ ਹੈ ਬੋਡੀ ਦਾ ਟੋਟਲ ਮਾਸ ਚੇਂਜ ਕਰਨ ਨਾਲ ਬੋਡੀ ਦੀ ਮਾਸ ਡਿਸਟ੍ਰੀਬਿਊਸ਼ਨ ਚੇਂਜ ਕਰਨ ਨਾਲ ਔਰ ਲਾਸਟਲੀ ਬੋਡੀ ਦਾ ਐਕਸਿਸ ਆਫ ਰੋਟੇਸ਼ਨ ਚੇਂਜ ਕਰਨ ਦੇ ਨਾਲ ਮੂਵਮੈਂਟ ਆਫ ਇਨਰਸ਼ੀਆ ਜਿਹੜਾ ਹੈ ਉਹ ਚੇਂਜ ਹੁੰਦਾ ਹੈ ਐਵੇਂ ਹੀ ਪਰਪੈਂਡੀਕੂਲਰ ਐਕਸਿਸ ਥਿਓਰਮ ਹੈ ਬਈ ਪਰਪੈਂਡੀਕੂਲਰ ਐਕਸਿਸ ਥਿਓਰਮ ਕੀ ਕਹਿੰਦੀ ਹੈ ਉਹ ਇਹ ਕਹਿੰਦੀ ਹੈ ਕਿ ਜੇ ਤੁਹਾਨੂੰ ਕਿਸੇ ਇੱਕ ਐਕਸਿਸ ਦੇ ਅਬਾਊਟ मूवमेंट ऑफ इनर्शिया पता है बॉडी का मान लो ये ਤੁਹਾਡਾ x एक्सिस है इस दे अबाउट किसी भी बॉडी का मूवमेंट ऑफ इनर्शिया I x है ਤਾਂ ਇਹ I x ਜਿਹੜਾ ਹੈ ਉਹ ਕਿਹਦਾ ਸਮ ਹੋਏਗਾ ਇਟ ਵਿਲ ਬੀ ਸਮ ਆਫ मूवमेंट ऑफ इनर्शिया about the other two mutually perpendicular axes मतलब कि ਜਿਹੜਾ I x है वो बराबर होएगा I y plus I z ਦੇ ठीक है मूवमेंट ऑफ इनर्शिया about सॉरी ये ਤਾਂ I y ਹੋਇਆ ਨਾ this is I y ये हो गया I x ਤੇ ਇਹ ਹੋ ਗਿਆ I z ठीक है ਤਾਂ ਜੇ ix ਤੁਹਾਨੂੰ ਪਤਾ ਹੈ ਤਾਂ ਉਹ ix ਕੀ ਹੋਏਗਾ sum of movement of inertia is about other two perpendicular axes ਤਾਂ iy plus iz ਐਵੇਂ ਹੀ ਜਿਹੜਾ iy ਹੈ ਉਹਨੂੰ ਕੀ ਲਿਖ ਸਕਦੇ ਹੋ ਤੁਸੀਂ ix plus iz ਲਿਖ ਸਕਦੇ ਹੋ ਠੀਕ ਹੈ iy ਨੂੰ ਲਿਖ ਸਕਦੇ ਹੋ ix plus iz iy ਦੇ ਪਰਪੈਂਡੀਕੂਲਰ ਕਿਹੜਾ y ਦੇ ਪਰਪੈਂਡੀਕੂਲਰ ਐਕਸਿਸ ਕਿਹੜਾ ਹੋਇਆ x ਤੇ z ਤਾਂ ਉਹਨਾਂ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਦਾ ਸਮ ਲਿਖ ਸਕਦੇ ਹੋ ਐਵੇਂ ਹੀ iz ਜਿਹੜਾ ਹੈ ਉਹ ਹੋ ਜਾਏਗਾ ix plus iy ठीक है मूवमेंट ऑफ इनर्शिया इज अबाउट x एक्सिस एंड y एक्सिस ਦਾ ਸਮ ਆਪਾਂ ਇਹਨੂੰ ਲਿਖ ਸਕਦੇ ਹਾਂ ਇਹੀ ਤੁਹਾਡੀ ਪਰਪੈਂਡੀਕੂਲਰ ਐਕਸਿਸ ਥਿਓਰਮ ਕਹਿੰਦੀ ਹੈ ਠੀਕ ਹੈ ਹੁਣ ਦੇਖੋ ਇੱਕ ਚੀਜ਼ ਹੋਰ ਆਂਦੀ ਹੈ ਜਿਹਨੂੰ ਕਿ ਆਪਾਂ ਰੇਡੀਅਸ ਆਫ ਗਾਇਰੇਸ਼ਨ ਕਹਿੰਦੇ ਆ
रेडियस ऑफ गायरेशन का कंसैप्ट मोस्टली बच्चों को जिहड़ा है वो समझ नहीं आता। देखो रेडियस ऑफ गायरेशन की हुंदा है, जे कोई भी बॉडी साडे कोल है, मान लो एम मास दी, ठीक है, इहदे एक्सिस है, ठीक है, एक्सिस है, इहदे अबाउट इहदा मूवमेंट ऑफ इनर्शिया कुछ होएगा आई, ठीक है, जे एक्सिस चेंज कर दांगे तो मूवमेंट ऑफ इनर्शिया चेंज हो जाएगा, याद रखना है, ठीक है। इहदा कुछ मास है बॉडी का कैपिटल एम। द रेडियस ऑफ गायरेशन बेसिकली की है कि जे मान लो मैं पूरी बॉडी हटा दा, ठीक है, मान लो मैं पूरी बॉडी हटा के एक सिंगल पॉइंट मास रखदा हूं, द सेम मास एज दैट ऑफ द बॉडी, मतलब कि मैं पूरी बॉडी नु हटा के एक पॉइंट मास रख लिया एज द सेम मास एज दैट ऑफ बॉडी, ਤਾਂ ਇਹਦੇ ਅਬਾਊਟ ਇਹਦੇ ਉੱਪਰ ਕੋਈ ਐਕਸਿਸ, ਇਹਦੇ ਨਾਲ ਕੋਈ ਐਕਸਿਸ ਨੂੰ ਮੈਂ ਕਿੰਨੇ ਡਿਸਟੈਂਸ ਤੇ ਪਲੇਸ ਕਰਾਂ, ਮਤਲਬ ਕਿੰਨੇ ਉਸ ਡਿਸਟੈਂਸ ਤੇ ਪਲੇਸ ਕਰਾਂ ਕਿ ਜਦੋਂ ਇਹ ਇਹਦੇ ਅਬਾਊਟ ਰੋਟੇਟ ਕਰੇ ਤਾਂ ਇਹਦਾ ਵੀ ਮੂਵਮੈਂਟ ਆਫ ਇਨਰਸ਼ੀਆ ਕੀ ਹੋਵੇ, ਆਈ ਹੋਵੇ, ਠੀਕ ਹੈ। ਤਾਂ ਇਹ ਸਿਸਟਮ ਦਾ ਮੂਵਮੈਂਟ ਆਫ ਇਨਰਸ਼ੀਆ ਵੀ ਕੀ ਹੋ ਜੇ, ਆਈ ਹੋ ਜੇ, ਮਤਲਬ ਕਿ ਇਸ x ਨੂੰ ਆਪਾਂ ਕਿਹਦੇ ਨਾਲ ਡਿਨੋਟ ਕਰਦੇ ਹਾਂ, ਯਾਦ ਰੱਖਣਾ ਹੈ ਰੇਡੀਅਸ ਆਫ ਗਾਇਰੇਸ਼ਨ ਨੂੰ ਆਪਾਂ k ਦੇ ਨਾਲ ਡਿਨੋਟ ਕਰਦੇ ਹਾਂ, मतलब कि ਜਿਹੜਾ i ਹੈ ਉਹ ਕਿਹਦੇ ਬਰਾਬਰ ਹੋ ਜੇ, mk ਸਕੁਆਇਰ ਦੇ ਬਰਾਬਰ ਹੋ ਜੇ, ਜੋ ਕਿ ਇਸ i ਦੇ ਬਰਾਬਰ ਹੋਵੇ, ठीक है जी। ਤਾਂ ਮੂਵਮੈਂਟ ਆਫ ਸੌਰੀ ਰੇਡੀਅਸ ਆਫ ਗਾਇਰੇਸ਼ਨ ਬੇਸਿਕਲੀ ਕਿਹੜਾ ਡਿਸਟੈਂਸ ਹੈ, ਰੇਡੀਅਸ ਆਫ ਗਾਇਰੇਸ਼ਨ ਉਹ ਡਿਸਟੈਂਸ ਹੈ ਬਈ ਜਿਸ ਡਿਸਟੈਂਸ ਤੇ ਮੈਂ ਇੱਕ ਐਕਸਿਸ ਨੂੰ ਪਲੇਸ ਕਰਾਂ ਕਿ ਜਿਹੜਾ ਐਕਸਿਸ सेम मूवमेंट ऑफ इनर्शिया दवे, जो कि एक बॉडी रिजिड बॉडी ऑफ सेम मास एज दैट ऑफ दिस पॉइंट मास होवे और ਉਹਦੇ अबाउट कोई एक्सिस ਤੇ मूवमेंट ऑफ इनर्शिया आई होवे, ठीक है। ਤਾਂ मतलब कि ਆਪਾਂ ਇਹ ਪੂਰੀ ਬॉडी ਨੂੰ ਹਟਾ ਕੇ ਇੱਕ ਪੁਆਇੰਟ ਮਾਸ ਰੱਖਤਾ ਸੇਮ ਮਾਸ ਦਾ, ਉਹਨੂੰ ਕਿ ਐਕਸਿਸ ਦੇ ਅਬਾਊਟ ਘੁਮਾ ਰਹੇ ਹਾਂ, ਤਾਂ ਉਸ ਐਕਸਿਸ ਤੋਂ ਦਾ ਕਿੰਨਾ ਡਿਸਟੈਂਸ ਹੋਣਾ ਚਾਹੀਦਾ ਬਈ ਕਿ ਦੋਨਾਂ ਦਾ ਮੂਵਮੈਂਟ ਆਫ ਇਨਰਸ਼ੀਆ ਸੇਮ ਹੋ ਜੇ। ਤਾਂ i ਬਰਾਬਰ ਹੁੰਦਾ ਹੈ mk ਸਕੁਆਇਰ ਦੇ, ਇਧਰੋਂ ਤੁਸੀਂ ਦੇਖ ਸਕਦੇ ਹੋ ਕਿ k ਬਰਾਬਰ ਹੋਏਗਾ ਅੰਡਰ ਰੂਟ ਆਫ i ਬਾਈ m ਦੇ। ਤਾਂ ਇਹ ਫਾਰਮੂਲਾ ਤੁਹਾਨੂੰ ਜਿਹੜਾ ਹੈ ਪਤਾ ਹੋਣਾ ਚਾਹੀਦਾ ਹੈ, ਇੰਪੋਰਟੈਂਟ ਫਾਰਮੂਲਾ ਹੈ, ਠੀਕ ਹੈ। ਤਾਂ ਦੇਖੋ ਰੇਡੀਅਸ ਆਫ ਗਾਇਰੇਸ਼ਨ ਕਿਹਦੇ ਤੇ ਡਿਪੈਂਡ ਕਰੇਗਾ, ਇੱਕ ਤਾਂ ਮੂਵਮੈਂਟ ਆਫ ਇਨਰਸ਼ੀਆ ਤੇ ਡਿਪੈਂਡ ਕਰੇਗਾ, ਜੇ मूवमेंट ऑफ इनर्शिया ਤੇ ਡਿਪੈਂਡ ਕਰੇਗਾ ਇਟ ਮੀਨਸ ਕਿ ਐਕਸਿਸ ਆਫ ਰੋਟੇਸ਼ਨ ਚੇਂਜ ਹੋਣ ਦੇ ਨਾਲ ਰੇਡੀਅਸ ਆਫ ਗਾਇਰੇਸ਼ਨ ਵੀ ਚੇਂਜ ਹੋਏਗਾ, ਕਿਉਂਕਿ मूवमेंट ऑफ इनर्शिया ਵੀ ਚੇਂਜ ਹੋਏਗਾ, और ਉਹਦੇ ਨਾਲ ਮਾਸ ਡਿਸਟ੍ਰੀਬਿਊਸ਼ਨ ਤੇ ਵੀ ਡਿਪੈਂਡ ਕਰੇਗਾ, ਠੀਕ ਹੈ, ਸਮਾਲ m ਮਾਸ ਡਿਸਟ੍ਰੀਬਿਊਸ਼ਨ ਤੇ ਵੀ ਡਿਪੈਂਡ ਕਰੇਗਾ, ठीक है। ਇਹ ਹੋ ਗਿਆ ਸਾਡੇ ਕੋਲ ਰੇਡੀਅਸ ਆਫ ਗਾਇਰੇਸ਼ਨ। ਹੁਣ ਇਹ ਕੁਝ ਸਟੈਂਡਰਡ ਬੋਡੀਜ਼ ਹੈ ਬਈ ਜਿਨ੍ਹਾਂ ਦਾ ਮੂਵਮੈਂਟ ਆਫ ਇਨਰਸ਼ੀਆ ਦੀ ਵੈਲਿਊ ਸਾਨੂੰ ਪਤਾ ਹੋਣੀ ਚਾਹੀਦੀ ਹੈ, ਉਹਦੇ ਨਾਲ ਜੇ ਤੁਹਾਨੂੰ ਮੂਵਮੈਂਟ ਆਫ ਇਨਰਸ਼ੀਆ ਦੀ ਵੈਲਿਊ ਪਤਾ ਹੈ ਤਾਂ ਰੇਡੀਅਸ ਆਫ ਗਾਇਰੇਸ਼ਨ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਅੰਡਰ ਰੂਟ i ਬਾਈ m ਕਰਕੇ, ਠੀਕ ਹੈ। ਤਾਂ ਰੇਡੀਅਸ ਆਫ ਗਾਇਰੇਸ਼ਨ ਯਾਦ ਰੱਖਣ ਦੀ ਲੋੜ ਨਹੀਂ ਹੈ, ਯਾਦ ਰੱਖਣ ਦੀ ਲੋੜ ਕੀ ਹੈ, ਮੂਵਮੈਂਟ ਆਫ ਇਨਰਸ਼ੀਆ। ਜਿਵੇਂ ਇਹਦੇ ਵਿੱਚੋਂ ਦੇਖੋ ਇੱਕ ਰੋਡ ਹੈ, ਤਾਂ ਇੱਕ ਰੋਡ ਕਾਫੀ ਕਾਮਨ ਐਗਜ਼ਾਮਪਲ ਹੈ, ਰੋਡ ਦਾ ਜਿਹੜਾ ਐਕਸਿਸ ਕਿਹੜਾ ਐਕਸਿਸ ਹੈ, मैटर की करता है कि किस एक्सिस के अबाउट आप गल कर रहे हैं, ठीक है, क्योंकि एक्सिस चेंज करने नाल तुसी देखोगे मूवमेंट ऑफ इनर्शिया चेंज होता है। तो जिवें एक रॉड है, तो रॉड के सेंटर के थ्रू जो एक्सिस पास कर रहा है और जो रॉड के परपेंडिकुलर है, मतलब ये वाला एक्सिस, तो ये अबाउट जो रॉड घूम रही है तो यदा मूवमेंट ऑफ इनर्शिया होएगा ml स्क्वायर बाय 12, जिथे m की है मास ऑफ रॉड है, l की है रॉड की लेंथ है, ठीक है। एवें ही जे कोई होर एक्सिस है, मान लो ए वाला एक्सिस, जे हुणे पूरी रॉड नूं मैं इस एक्सिस के अबाउट घुमावां ਇਹਦਾ मूवमेंट ऑफ इनर्शिया ਕੀ ਹੋ ਜਾਏਗਾ ml ਸਕੁਆਇਰ ਬਾਈ 3 ਹੋ ਜਾਏਗਾ। ਤਾਂ ਇਹ ਕੁਝ ਸਟੈਂਡਰਡ ਬੋਡੀਜ਼ ਹੈ, ਤੁਸੀਂ ਇਹਨਾਂ ਦਾ ਸਕਰੀਨਸ਼ਾਟ ਜਿਹੜਾ ਹੈ ਲੈ ਸਕਦੇ ਹੋ ਔਰ ਇਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ, ਠੀਕ ਹੈ। ਜਿਵੇਂ ਮੈਂ ਥੋੜਾ ਜਿਹਾ ਸਾਈਡ ਹੋ ਜਾਂਦੀ ਹਾਂ, ਤੁਸੀਂ ਇਹਨਾਂ ਪੇजेस ਦਾ ਸਕਰੀਨਸ਼ਾਟ ਲੈ ਸਕਦੇ ਹੋ ਕਿਉਂਕਿ ਇਹ ਬਹੁਤ ਕੰਮ ਦੇ ਫਾਰਮੂਲੇ ਹੈ, ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੇ, ਠੀਕ ਹੈ। ਇੱਕ ਇਹ ਹੋ ਗਿਆ ਬਈ ਡਿਸਕ, ਸਫੀਅਰ, ਹੋਲੋ ਸਫੀਅਰ, ਇਹਨਾਂ ਸਾਰੇ ਇਹ ਕੁਝ ਸਟੈਂਡਰਡ ਬੋਡੀਜ਼ ਹੈ, ਠੀਕ ਹੈ। ਇਹਨਾਂ ਨੂੰ ਆਪਾਂ ਫਿਜ਼ਿਕਸ ਦੇ ਅੰਦਰ ਸਟੱਡੀ ਕਰਦੇ ਹਾਂ, ਤਾਂ ਇਹਨਾਂ ਦੇ ਜਿਹੜੇ ਮੂਵਮੈਂਟ ਆਫ ਇਨਰਸ਼ੀਆਜ਼ ਹੈ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ। ਰੇਡੀਅਸ ਆਫ ਗਾਇਰੇਸ਼ਨ ਯਾਦ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਰੇਡੀਅਸ ਆਫ ਗਾਇਰੇਸ਼ਨ ਜਿਹੜੇ ਹੈ ਉਹ ਤੁਹਾਡਾ ਤੁਸੀਂ ਕੈਲਕੂਲੇਟ ਕਰ ਸਕਦੇ ਹੋ, ਜੇ ਤੁਹਾਨੂੰ ਮੂਵਮੈਂਟ ਆਫ ਇਨਰਸ਼ੀਆ ਪਤਾ ਹੋਵੇ ਵਿਦਿਨ 10 ਸੈਕਿੰਡਸ ਆਪਾਂ ਕੈਲਕੂਲੇਟ ਕਰ ਸਕਦੇ ਹਾਂ, ਠੀਕ ਹੈ। ਚਲੋ ਆ ਜਾਓ क्वेश्चन दे। हुन क्वेश्चन कह रहे two spheres of mass m and 7m are connected by a rod whose mass is negligible and the distance between the centers of each sphere is d. How far from the center of 7m sphere is the center of mass of this object? ਤਾਂ ਦੇਖੋ ਕਹਿ ਰਿਹਾ ਕਿ ਇੱਕ ਤੁਹਾਡੇ ਕੋਲ ਸਫੀਅਰ ਹੈ m ਮਾਸ ਦਾ, ਉਹਨੂੰ ਆਪਾਂ ਜੁਆਇਨ ਕਰਤਾ ਇੱਕ ਵੱਡੇ ਸਫੀਅਰ ਨਾਲ 7m ਮਾਸ ਦੇ, ਦੋਨਾਂ ਦੇ ਜਿਹੜੇ ਸੈਂਟਰਸ ਹੈ ਉਹ ਕਨੈਕਟਡ ਹੈ ਬਾय अ डिस्टेंस d, ठीक है, बाय अ डिस्टेंस d तो कनेक्टेड है और किवें कनेक्टेड है, कनेक्टेड बाय रॉड हुज मास इज नेग्लिजिबल। इस रॉड दा मास जिहड़ा है वो नेग्लिजिबल है और इसकी लेंथ कितनी होगी, फिर d लेंथ होगी, ठीक है, क्योंकि डिस्टेंस बिटवीन सेंटर्स कितना है, d है, स्मॉल d हो गया, ठीक है। एदा मास है कैपिटल m, एदा मास है 7m, ठीक है। तो देखो आप एक किसी भी पॉइंट नु किसी भी इहनू आप ओरिजिन मान लेने, तो जे आप इस पॉइंट नु ओरिजिन मान लिया तो इहदे सेंटर ऑफ मास दे कोऑर्डिनेट्स की हो गए 0,0।
ਆਪਾਂ ਸਟੱਡੀ ਕਰਿਆ ਸੀ, ਹੁਣ ਹੀ ਦੇਖਿਆ ਸੀ ਕਿ ਬਈ ਜਿਹੜੀ ਇੱਕ ਡਿਸਕ ਹੁੰਦੀ ਹੈ ਉਹਦਾ ਸੈਂਟਰ ਆਫ ਮਾਸ ਉਹਦੇ ਸੈਂਟਰ ਤੇ ਹੀ ਲਾਏ ਕਰਦਾ। ਤਾਂ ਇਸ ਛੋਟੇ ਵਾਲੇ ਮਾਸ ਦਾ ਸੈਂਟਰ ਆਫ ਮਾਸ ਇਜ਼ ਐਟ 0,0। ਇਹਦੇ ਵਿਦ ਰਿਸਪੈਕਟ ਟੂ ਇਹਦੇ ਕੋਆਰਡੀਨੇਟਸ ਕੀ ਹੋਣਗੇ, ਵੱਡੇ ਮਾਸ ਦੇ ਸੈਂਟਰ ਆਫ ਮਾਸ ਦੇ ਕੋਆਰਡੀਨੇਟਸ ਹੋ ਜਾਣਗੇ d,0। ਠੀਕ ਹੈ ਜੀ, d,0 ਹੋ ਜਾਣਗੇ। ਹੁਣ ਦੇਖੋ ਤੁਹਾਨੂੰ ਪਤਾ ਹੈ ਕਿ ਜੇ ਤੁਹਾਡਾ ਸੈਂਟਰ ਆਫ ਮਾਸ ਹੈ ਉਹਦਾ ਤੁਸੀਂ ਜੇ x ਕੋਆਰਡੀਨੇਟ ਲਿਖਣਾ ਹੈ ਤਾਂ ਉਹ ਹੋ ਜਾਏਗਾ m1x1 प्लस m2x2 अपॉन m1 प्लस m2, है ना जी, यही हो जाएगा m1x1 प्लस m2x2 प्लस अपॉन m1 प्लस m2 हो जाएगा। तो इधर देखो m1 की है कैपिटल M है, x की है x इज 0 प्लस m2 की है 7m है और x2 कितना है, x2 है साढ़े को d। ठीक है, होल डिवाइडेड बाय टोटल मास कितना हो गया m प्लस 7m यानी कि 8m। ठीक है, तो इधरों ਤੁਹਾਡੇ ਕੋਲ कितना बचा 7m d बाय 8m, mm कैंसिल हो गया तो साढ़े को आ गया 7d बाय 8। ठीक है, और y कोऑर्डिनेट कितना होएगा, देखो y कोऑर्डिनेट तो 0 ही होएगा क्योंकि x1 ਦਾ क्योंकि m ਦਾ ਵੀ y कोऑर्डिनेट 0 है, y1 भी 0 है, y2 भी 0 है। ਤਾਂ ਜਦੋਂ ਤੁਸੀਂ m1 y1 m2 y2 ਕਰੋਗੇ ਤਾਂ ਨਿਊਮਰੇਟਰ ਤੁਹਾਡਾ 0 ਬਣ ਜਾਏਗਾ। ਤਾਂ ਜਿਹੜਾ y ਸੈਂਟਰ ਆਫ ਮਾਸ ਹੈ, ਠੀਕ ਹੈ, y ਕੋऑर्डिनेट ਆਫ ਸੈਂਟਰ ਆਫ ਮਾਸ ਤਾਂ ਵੈਸੇ ਹੀ 0 ਹੋ ਜਾਏਗਾ। ठीक है जी, तो x कोऑर्डिनेट सानू मिल गया 7d बाय 8। ਹੁਣ x कोऑर्डिनेट किधरों है, इधरों है। ठीक है, ये कितना है 0,0 है, तो 7d बाय 8 कुछ ਇੱਥੇ ਆਏਗਾ। ठीक है, ਇਸ ਪੁਆਇੰਟ ਤੇ ਤੁਹਾਡਾ ਕੀ ਪਿਆ ਹੈ, ਪੂਰੇ ਸਿਸਟਮ ਦਾ ਸੈਂਟਰ ਆਫ ਮਾਸ ਪਿਆ ਹੈ, ਕੰਬਾਈਨਡ ਸਿਸਟਮ ਦਾ ਸੈਂਟਰ ਆਫ ਮਾਸ ਪਿਆ ਹੈ। ठीक है, 7d बाय 8 ਤੇ। ਪਰ ਦੇਖੋ ਕੁਐਸਚਨ मतलब कि मोस्टली ਬੱਚੇ ਕੀ ਕਰਨਗੇ ਬਈ ਇਹਨੂੰ ਆਨਸਰ ਲਾ ਆਣਗੇ, है ना, ਕਹਿਣਗੇ ਕਿ C ਆਪਸ਼ਨ ਜਿਹੜਾ ਹੈ ਉਹ ਆਨਸਰ ਹੋ ਗਿਆ क्योंकि ਇਹ ਸਾਡਾ ਦਾ ਆਨਸਰ ਨਿਕਲਿਆ ਹੈ ਨਾ ਵੀ 7d by 8। ਪਰ ਇੱਥੇ ਕੀ ਹੋਏਗਾ, ਇੱਥੇ ਹੀ ਤੁਹਾਡਾ ਟੈਸਟ ਹੁੰਦਾ। ਦੇਖੋ ਹੁਣ ਕੁਐਸਚਨ ਕਿੰਨਾ ਆਸਾਨ ਸੀਗਾ, ਐਗਜ਼ਾਮੀਨਰ ਬਈ ਐਵੇਂ ਹੀ ਕਰਦਾ, ਇਹ ਕੁਐਸਚਨ ਨੇ ਤੁਹਾਨੂੰ ਨੌਕਰੀ ਦਿਵਾਣੀ ਹੈ, ਇਹਨੇ ਤੁਹਾਨੂੰ ਪੂਰਾ ਸਾਲ ਪੂਰੀ ਜ਼ਿੰਦਗੀ ਜਿਹੜਾ ਹੈ ਜਦ ਤੱਕ ਰਿਟਾਇਰ ਨਹੀਂ ਹੁੰਦੇ ਤੁਹਾਨੂੰ ਸਰਕਾਰੀ ਨੌਕਰੀ ਦੇਣੀ ਹੈ। ਤਾਂ ਇਸ ਕੁਐਸਚਨ ਦੇ ਅੰਦਰ ਟਵਿਸਟ ਉਹਨੇ ਕੀ ਪਾਤਾ, ਉਹਨੇ ਇਹ ਦੇਖਿਆ, ਉਹਨੇ ਤੁਹਾਨੂੰ ਪੁੱਛ ਲਿਆ ਜਿਹੜਾ ਸੈਂਟਰ ਆਫ ਮਾਸ ਹੈ ਉਹ ਕਿੰਨਾ ਦੂਰ ਹੈ 7m ਸਫੀਅਰ ਦੇ ਸੈਂਟਰ ਤੋਂ, मतलब कि उन्हें डिस्टेंस पूछ लिया इधरों ना कि इधरों। ठीक है, तो मोस्टली लोग की करेंगे भाई इनू आंसर ला आएंगे, 70% लोग इनू आंसर लगा के नेगेटिव करा लेंगे, और नेगेटिव जेड़ा है वो 0 तो भी खतरनाक है, अनअटेम्प्टेड क्वेश्चन तो भी खतरनाक है गलत क्वेश्चन, क्योंकि गलत क्वेश्चन ਤੁਹਾਨੂੰ रैंक ਤੁਹਾਡੀ ਪਿੱਛੇ ਲੈ ਗਿਆ। ठीक है, 0 ने ਤੁਹਾਨੂੰ ਉੱਥੇ ਹੀ ਖੜਾ ਰੱਖਿਆ, नेगेटिव क्वेश्चन ਤੁਹਾਨੂੰ ਪਿੱਛੇ ਲੈ ਗਿਆ। ठीक है, ਪਿੱਛੇ ਲੈ ਗਿਆ, ਬਹੁਤ ਪਿੱਛੇ ਲੈ ਗਿਆ। ਤਾਂ ਦੇਖੋ ਇੱਥੇ ਹੁਣ ਉਨੇ ਹੀ ਲੋਕ ਬਚਣਗੇ ਜਿਨ੍ਹਾਂ ਨੇ ਕੁਐਸਚਨ ਨੂੰ ਧਿਆਨ ਨਾਲ ਪੜਿਆ ਹੋਏਗਾ। डिस्टेंस फ्रॉम 7m मतलब कि सानू a डिस्टेंस पूछा गया है, दिस डिस्टेंस। ठीक है, तो a डिस्टेंस कितना होएगा, x विल बी इक्वल टू टोटल डिस्टेंस इज d, और ਇੱਥੇ तक डिस्टेंस है 7d by 8, ਤਾਂ x ਹੋ ਜਾਏਗਾ d by 8। ठीक है जी, ਤਾਂ ਸਾਡੇ ਕੋਲ ਜਿਹੜਾ ਸਹੀ ਆਨਸਰ ਹੈ ਉਹ ਕੀ ਹੈ, a ਹੈ d by 8। ਤਾਂ ਐਵੇਂ ਦੇ ਕੁਐਸਚਨ ਜਿਹੜੇ ਹੈ ਤੁਹਾਡੇ ਐਗਜ਼ਾਮ ਦੇ ਅੰਦਰ ਬਣਦੇ ਹੈ। ਠੀਕ ਹੈ, ਐਵੇਂ ਦੇ ਕੁਐਸਚਨ ਐਗਜ਼ਾਮ ਦੇ ਅੰਦਰ ਬਣਦੇ ਹੈ, ਕੋਈ ਐਵੇਂ ਦੇ ਕੁਐਸਚਨ ਨਹੀਂ ਬਣਦੇ ਜਿਹੜੇ ਸਿੱਧੇ ਸਿੱਧੇ ਕੁਐਸਚਨ ਈਜ਼ੀ ਹੁੰਦੇ ਆ, पर कई बार एग्जामिनर ट्विस्ट जरूर दिंदा भाई क्योंकि उन्हें कंपटीशन ਨੂੰ टफ बनाना है। ठीक है, तो देखो ਇਹਦੇ ਅੰਦਰ 70% लोग बाहर हो जाएंगे, सिर्फ 30% ही ਇਹਨੂੰ सही मार्क करके आएंगे। चलो, angular velocity of a scooter tire is 6 diameter, angular velocity of a scooter tire of diameter 6 inches rotates 6 times a second। ਤਾਂ ਬਈ ਤੁਹਾਨੂੰ ਪਤਾ ਜਦੋਂ angular velocity constant ਹੋਵੇ ਤਾਂ ਤੁਸੀਂ ਉਹਨੂੰ 2 pi f ਲਿਖ ਸਕਦੇ ਹੋ। ਠੀਕ ਹੈ, ਜਾਂ ਜਿਹਨੂੰ ਤੁਸੀਂ 2 pi by t ਵੀ ਕਹਿੰਦੇ ਹੋ। ठीक है, डिस्टेंस अपॉन टाइम बेसिकली 2 पाई एंगल कवर कर रहे हैं रेडियन। ठीक है, 2 पाई अपॉन टोटल टाइम जो कि टाइम पीरियड है कैपिटल टी। ठीक है, तो ओमेगा जेड़ा है वो बराबर होएगा किदे 2 पाई इनटू एफ कितना है 6 टाइम्स अ सेकंड। देखो फ्रीक्वेंसी है 6 की है 6 रेवोल्यूशंस पर सेकंड, तो इत्थे आ जाएगा 6। तो यानी कि जेड़ा डिस्टेंस है सॉरी जेड़ी ओमेगा है एंगुलर वेलोसिटी वो कितनी आ गई 12 पाई ਦਾ यूनिट ਕੀ ਹੋਏਗਾ रेडियन पर सेकंड। ਤੁਹਾਨੂੰ ਪਤਾ ਜਿਹੜੀ ओमेगा ਹੁੰਦੀ ਹੈ बेसिकली ਉਹ ਕੀ ਹੁੰਦੀ ਹੈ थीटा बाय टाइम ਹੁੰਦੀ ਹੈ ना, ਤਾਂ रेडियन पर सेकंड। ਤਾਂ ਕਰੈਕਟ ਆਨਸਰ ਤੁਹਾਡਾ ਹੋ ਗਿਆ ਸੀ ਆਪਸ਼ਨ। ਦੇਖੋ ਕਿੰਨਾ ਆਸਾਨ ਕੁਐਸਚਨ ਸੀ ਜੇ ਤੁਹਾਨੂੰ ਇੱਕ ਫਾਰਮੂਲਾ ਜਿਹੜਾ ਹੈ ਉਹ ਪਤਾ ਹੈ। नेक्स्ट देखो क्वेश्चन कह रहे हैं कंसिडर अ स्ट्रिंग विद सेवरल रॉक्स टाइड टू इट्स लेंथ एट इक्वली स्पेस्ड इंटरवल्स, you whirl the string overhead so that the rocks follow circular path, compared to the rock in the middle of the string a rock at outer end moves। ਤਾਂ ਦੇਖੋ ਕਹਿ ਰਿਹਾ ਕਿ ਬਈ ਇਮੇजिन करो एक बंदा है, ठीक है, ਐਵੇਂ ਹੈ, ਇਹਦੇ ਹੱਥ ਦੇ ਅੰਦਰ ਇੱਕ ਸਟ੍ਰਿੰਗ ਹੈ ਜੋ ਕਿ ਇਹ ਘੁਮਾ ਰਿਹਾ ਹੈ, ਔਰ ਇਹ ਸਟ੍ਰਿੰਗ ਦੇ ਉੱਪਰ ਇਕੁਅਲ ਡਿਸਟੈਂਸਸ ਤੇ ਰੌਕਸ ਲੱਗੇ ਹੋਏ ਆ ਸੇਮ ਮਾਸਸ ਦੇ। ਠੀਕ ਹੈ, ਤਾਂ ਇਹ ਰੌਕਸ ਇਹਦੇ ਉੱਪਰ ਲੱਗੇ ਹੋਏ ਆ ਔਰ ਇਹ ਬੰਦਾ ਕੀ ਕਰ ਰਿਹਾ ਹੈ ਸਵਿੰਗ ਨੂੰ ਜਿਹੜਾ ਹੈ ਇਹਨੂੰ ਘੁਮਾ ਰਿਹਾ ਹੈ।
ठीक है, इस स्विंग सॉरी इस स्विंग ਨੂੰ ਕੀ ਕਰ ਰਿਹਾ ਹੈ, ਇਸ ਸਵਿੰਗ ਨੂੰ ਘੁਮਾ ਰਿਹਾ ਹੈ, ਇਸ स्ट्रिंग ਨੂੰ। ਤਾਂ ਉਹ ਕਹਿ ਰਿਹਾ ਕਿ ਰੌਕ ਜਿਹੜਾ ਮਿਡਲ ਤੇ ਹੈ, ਮੰਨ ਲਓ ਇਹ ਵਾਲਾ ਰੌਕ ਹੈ ਔਰ ਇਹ ਤੁਹਾਡਾ ਆਊਟਰ ਰੌਕ ਹੈ। ਉਹ ਕਹਿ ਰਿਹਾ ਦੋਨਾਂ ਦੀ ਕਿਹਨੂੰ ਕੰਪੇਅਰ ਕਰ ਰਿਹਾ, ਉਹਨਾਂ ਦੋਨਾਂ ਦੀ ਸਪੀਡਸ ਨੂੰ ਕੰਪੇਅਰ ਕਰ ਰਿਹਾ, ਸਪੀਡਸ ਨੂੰ ਕੰਪੇਅਰ ਕਰ ਰਿਹਾ। ਤਾਂ ਦੇਖੋ ਇਹ ਉਹੀ ਚੀਜ਼ ਹੋ ਗਈ ਜਿਹੜੀ ਮੈਂ ਤੁਹਾਨੂੰ ਅੱਜ ਦੀ ਕਲਾਸ ਦੇ ਅੰਦਰ ਐਕਸਪਲੇਨ ਕਰੀ ਸੀ ਫੈਨ ਦਾ ਐਗਜ਼ਾਮਪਲ ਦੇ ਕੇ। ਹੁਣ ਜਿਹੜਾ ਇਹ ਤੁਹਾਡਾ ਐਕਸਿਸ ਆਫ ਰੋਟੇਸ਼ਨ ਹੈ, ਠੀਕ ਹੈ, ਇਧਰੋਂ ਤੁਹਾਡਾ ਐਕਸਿਸ ਆਫ ਰੋਟੇਸ਼ਨ ਹੈ, ਜਿਹੜਾ ਇਹ ਵਾਲਾ ਸਟੋਨ ਹੈ ਇਸ ਐਕਸਿਸ ਆਫ ਰੋਟੇਸ਼ਨ ਤੋਂ ਦੂਰ ਹੈ ਐਸ ਕੰਪੇਅਰ ਟੂ ਦ ਵਨ ਜਿਹੜਾ ਸੈਂਟਰ 'ਚ ਹੈ। ठीक है, ਜਿਹੜਾ सेंटर वाला है उन्हें हाफ डिस्टेंस ट्रैवल करना है। ठीक है जी, मतलब कि ਇਹਦੇ सर्कल ਦਾ रेडियस जे r है ਤਾਂ ਇਹਦੇ सर्कल ਦਾ रेडियस कितना है 2r है। ठीक है जी, ਇਹਦੇ सर्कल ਦਾ रेडियस 2r है ਬਈ ਸਿੱਧੀ ਜੀ ਗੱਲ ਹੈ, ਇਹਦੀ वेलोसिटी भी ਜਿਹੜੀ है 2r ओमेगा हो जाएगी, ਇਹਦੀ वेलोसिटी ਜਿਹੜੀ है r ओमेगा होएगी। ठीक है, ਤਾਂ इट मींस वेलोसिटी की होगी डबल होगी, ਦਾ मतलब कि ट्वाइस एज फास्ट, यानी कि ਜਿਹੜਾ कंपेयर टू द रॉक इन द मिडल ऑफ द स्ट्रिंग, ਜਿਹੜਾ रॉक आउटर एंड ਤੇ ਹੈ ਉਹ ट्वाइस स्पीड ਦੇ ਨਾਲ ਕੀ ਕਰੇਗਾ, मूव करेगा विद ट्वाइस स्पीड। ठीक है, आई होप ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਇਹ ਸੇਮ ਚੀਜ਼ ਮੈਂ ਅੱਜ ਦੀ ਕਲਾਸ ਦੇ ਅੰਦਰ ਐਕਸਪਲੇਨ ਕਰੀ ਸੀ ਔਰ ਇਹ ਤੁਹਾਡਾ ਵਨ ਆਫ ਦਾ ਪ੍ਰੀਵੀਅਸ ਈਅਰ ਦਾ ਜਿਹੜਾ ਹੈ ਕੁਐਸਚਨ ਤੁਹਾਡਾ ਬਣਦਾ ਹੈ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਆਪਾਂ ਕੁਝ ਟਾਰਕ ਵਗੈਰਾ ਦਾ ਕਨਸੈਪਟ ਜਿਹੜਾ ਹੈ ਉਹ ਕਰਾਂਗੇ, ਟਾਰਕ ਡਿਸਕਸ ਕਰਾਂਗੇ, ਕਪਲ ਆਫ ਫੋਰਸ ਜਿਹੜਾ ਹੈ ਉਹਨੂੰ ਡਿਸਕਸ ਕਰਾਂਗੇ ਔਰ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ ਇੱਕ ਕੁਐਸਚਨ ਹੈ। ਇਸ ਕੁਐਸਚਨ ਨੂੰ ਮੈਂ ਤੁਹਾਨੂੰ ਹੋਮਵਰਕ ਦੇ ਅੰਦਰ ਦੇਣਾ ਚਾਹੂੰਗੀ ਤਾਂ ਕਿ ਤੁਸੀਂ ਇਹਨੂੰ खुद प्रैक्टिस करके खुद थोड़ा टॉर्क के बारे स्टडी करो, रोटेशनल मोशन के बारे स्टडी करो। इस क्वेश्चन का आंसर जिहड़ा है मैनूं थल्ले कमेंट्स दे अंदर जिहड़ा है वो जरूर चाहिए। ठीक है जी, कमेंट्स दे अंदर मैनूं इस क्वेश्चन का आंसर चाहिए है ते इस क्वेश्चन नूं करके बई इहदा आंसर सारिआं ने कमेंट्स दे अंदर देना है। ये टॉपिक मैं पूरी एक वीडियो बना के जिहड़ा है कराऊंगी टॉर्क दा टॉपिक, जो कि तुहाडे सिलेबस दे अंदर भी मैंशनड है। ये तुहाडा की रहेगा, होमवर्क रहेगा। नैक्सट क्वेश्चन देखो बई, movement of inertia of thin uniform rod of mass m and length l about an axis perpendicular to the rod through its center is I। तो वो कह रहे हैं कि एक रॉड है, ठीक है, जिहदा मास है m और ओदे और लेंथ है l और ओदे सेंटर जो जिहड़ा एक्सिस ओदे परपेंडिकुलर है ओदे अबाउट द मोमेंट ऑफ इनर्शिया है I। ठीक है, तो मोमेंट ऑफ इनर्शिया of the rod about an axis perpendicular to the rod through its end point। ਤਾਂ ਉਹ ਕਹਿ ਰਹੇ ਇੱਕ ਹੋਰ ਐਕਸਿਸ ਹੈ ਸਾਡੇ ਕੋਲ ਜਿਹੜਾ ਕਿ ਪਰਪੈਂਡੀਕੂਲਰ ਹੈ, ਠੀਕ ਹੈ, ਔਰ ਇਹਦੇ ਐਂਡ ਪੁਆਇੰਟ ਚੋਂ ਪਾਸ ਹੋ ਰਿਹਾ ਹੈ। ਇਸ ਦੇ ਹੀ ਬੇਸਿਕਲੀ ਇਹ ਦੋਨੋਂ ਐਕਸਿਸ ਕੀ ਹੋ ਗਏ, ਪੈਰਲਲ ਹੋ ਗਏ। ਤਾਂ ਇੱਧਰ ਤੁਸੀਂ ਪੈਰਲਲ ਐਕਸਿਸ ਥਿਓਰਮ ਜਿਹੜੀ ਹੈ ਉਹਨੂੰ ਲਗਾ ਸਕਦੇ ਹੋ ਔਰ ਇਹਦੇ ਅਬਾਊਟ ਜਿਹੜਾ I ਡੈਸ਼ ਹੈ ਉਹਨੂੰ ਕੈਲਕੂਲੇਟ ਕਰ ਸਕਦੇ ਹੋ। ਕੰਡੀਸ਼ਨ ਕੀ ਹੈ ਕਿ ਜਿਹੜਾ I ਹੋਣਾ ਚਾਹੀਦਾ ਉਹ ਐਕਸਿਸ ਹੋਣਾ ਚਾਹੀਦਾ ਜਿਹੜਾ ਰੋਡ ਦੇ ਸੈਂਟਰ ਚੋਂ ਪਾਸ ਕਰ ਰਿਹਾ ਔਰ ਬਿਲਕੁਲ ਪਾਸ ਕਰ ਰਿਹਾ। ਇੱਥੇ ਸਾਫ਼ ਲਿਖਿਆ ਹੈ ਪਾਸਿੰਗ ਥਰੂ ਇਟਸ ਸੈਂਟਰ। ਠੀਕ ਹੈ, ਤਾਂ ਇਹ ਜਿਹੜਾ ਐਕਸਿਸ ਹੈ ਇਹਦੇ ਸੈਂਟਰ ਚੋਂ ਪਾਸ ਕਰ ਰਿਹਾ ਹੈ। ठीक है, तो ਜਿਹੜਾ ਇਹ I ਹੈ ਇਹ ਤੁਹਾਨੂੰ ਪਤਾ ਹੈ ਕਿੰਨਾ ਹੁੰਦਾ ਹੈ ml²/12। ਮੈਂ ਤੁਹਾਨੂੰ ਪਿੱਛੇ ਦਿਖਾਇਆ ਸੀ ਕਿ ਜਿਹੜਾ ਰੋਡ ਹੈ ਉਹਦੇ ਸੈਂਟਰ ਚੋਂ ਜਿਹੜਾ ਐਕਸਿਸ ਪਾਸ ਕਰਦਾ ਔਰ ਜਿਹੜਾ ਉਹਦੇ ਪਰਪੈਂਡੀਕੂਲਰ ਹੁੰਦਾ ਹੈ ਉਹਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਇਜ਼ ml²/12। ठीक है, तो I डैश ਜਿਹੜਾ ਹੈ ਬਾय ਯੂਜ਼ਿੰਗ ਪੈਰਲਲ ਐਕਸਿਸ ਥਿਓਰਮ I ਡੈਸ਼ ਵਿਲ ਬੀ I plus mh²। h ਕਿੰਨਾ ਹੈ, ਡਿਸਟੈਂਸ ਬਿਟਵੀਨ ਦ ਟੂ ਐਕਸਿਸ। ਤਾਂ ਦੇਖੋ ਇਹ h ਕਿੰਨਾ ਹੋ ਗਿਆ, ਜੇ ਪੂਰੀ ਲੈਂਥ l ਹੈ ਤਾਂ ਇਹ ਹੋ ਗਿਆ l/2। ਤਾਂ ਇੱਥੇ ਪਾ ਦਿਓ I ਦੀ ਵੈਲਿਊ ਹੈ ml²/12 plus m l/2 ਦਾ ਸਕੁਆਇਰ, ਤਾਂ ਇਹ ਹੋ ਗਿਆ ml²/12 plus ml²/4। ठीक है, तो ओवरऑल दिस विल बी 12 is the LCM ml² plus 3ml²। तो ये हो गया 4 times ml²/12। ml²/12 ਨੂੰ ਮੈਂ I ਲਿਖ ਸਕਦੀ ਹਾਂ ਤਾਂ ਇਹ ਹੋ ਗਿਆ 4I। ठीक है, तो मूवमेंट ऑफ इनर्शिया अबाउट दिस एक्सिस ਜਿਹੜਾ I डैश है वो की हो गया 4 times I हो गया, जो कि ਤੁਹਾਡਾ ऑप्शन नंबर D बनता है। ठीक है, 4I। आई होप ये ਤੁਹਾਨੂੰ क्लियर हो रहा होएगा। देखो कितना ईजी क्वेश्चन सी जे ਤੁਹਾਨੂੰ पैरेलल एक्सिस थ्योरम पता है और ਤੁਹਾਨੂੰ सिंपल एक फॉर्मूला पता है जो कि रॉड ਦੇ सेंटर ਚੋਂ परपेंडिकुलर ਉਹਦੇ एक्सिस ਤੋਂ मूवमेंट ऑफ इनर्शिया ਜਿਹੜਾ ਉਹਦੇ अबाउट ਹੁੰਦਾ है वो कितना ਹੁੰਦਾ है ml²/12 ਹੁੰਦਾ है। ठीक है जी, तो ये ਤੁਹਾਡਾ 5th क्वेश्चन हो गया। ਇਸ ਤੋਂ ਬਾਅਦ ਕੁਝ ਕੁਐਸਚਨ ਸਾਡੇ ਬਚਦੇ ਆ ਵੀ ਜਿਨ੍ਹਾਂ ਨੂੰ ਕਿ ਆਪਾਂ ਨੈਕਸਟ ਕਲਾਸ ਦੇ ਅੰਦਰ ਲਵਾਂਗੇ ਕਿਉਂਕਿ ਹੁਣ ਟਾਈਮ ਮੇਰੀ ਨੈਕਸਟ ਕਲਾਸ ਦਾ ਹੋ ਰਿਹਾ ਹੈ। ਠੀਕ ਹੈ, ਇਹ ਬਚੇ ਹੋਏ ਕੁਐਸਚਨ ਆਪਾਂ ਨੈਕਸਟ ਕਲਾਸ ਦੇ ਅੰਦਰ ਕਰਾਂਗੇ ਔਰ ਤੁਸੀਂ ਕੀ ਕਰਨਾ, ਜਿਹੜਾ ਕੁਐਸਚਨ ਤੁਹਾਨੂੰ ਕਮੈਂਟਸ ਦੇ ਅੰਦਰ ਸੌਰੀ ਜਿਹੜਾ ਕੁਐਸਚਨ ਤੁਹਾਨੂੰ ਹੋਮਵਰਕ ਦੇ ਅੰਦਰ ਦਿੱਤਾ ਹੋਇਆ ਹੈ ਉਹਨੂੰ ਤੁਸੀਂ ਕਮੈਂਟਸ ਦੇ ਅੰਦਰ ਜਿਹੜਾ ਹੈ ਉਹਦਾ ਆਨਸਰ ਦੇਣਾ ਹੈ। ਉਹਦੇ ਨਾਲ ਹੀ ਇੱਕ ਰਿਮਾਈਂਡਰ ਦੁਬਾਰਾ ਦੇਣਾ ਚਾਹੂੰਗੀ, ਸਾਡਾ ਮਾਸਟਰ ਕਾਡਰ ਦਾ ਜਿਹੜਾ ਪੇਡ ਬੈਚ ਹੈ ਉਹ ਚੱਲ ਰਿਹਾ ਹੈ ਸਾਡੇ ਆਨਲਾਈਨ ਮੋਡ ਦੇ ਅੰਦਰ। ਤਾਂ ਤੁਸੀਂ ਉਹਨੂੰ ਕੀ ਕਰ ਸਕਦੇ ਹੋ, ਉਹਨੂੰ ਬਿਲਕੁਲ ਅਵੇਲ ਕਰ ਸਕਦੇ ਹੋ ਸਾਡੇ ਇੰਸਟੀਚਿਊਟ ਦੇ ਨੰਬਰ ਤੇ ਕਾਲ ਕਰਕੇ। ਇਸ ਬੈਚ ਦੇ ਅੰਦਰ ਤੁਹਾਨੂੰ
वीडियो डेली वीडियो लैक्चरस ਦੇ ਨਾਲ ਜਿਹੜੇ ਹੈ ਨੋਟਸ ਵੀ ਪ੍ਰੋਵਾਈਡ ਕੀਤੇ ਜਾਂਦੇ हैं पीडीएफ ਫਾਰਮੈਟ ਦੇ ਅੰਦਰ ठीक है ਤਾਂ ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਤੁਹਾਡੇ ਲਈ ਹੋ ਸਕਦੇ ਹੈ ਕਲਾਸਿਸ ਜੇ ਬਹੁਤ ਜ਼ਿਆਦਾ ਸੀਰੀਅਸ ਹੋ ਬਈ ਜੋ ਕਿ ਹੋਣਾ ਵੀ ਚਾਹੀਦਾ ਹੈ ਕਿਉਂਕਿ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਇਦਾਂ ਦੇ ਪੇਪਰਸ ਦੀ ਤਿਆਰੀ ਨੋਟੀਫਿਕੇਸ਼ਨ ਆਉਣ ਤੇ ਨਹੀਂ ਹੁੰਦੀ ਕਿਉਂਕਿ ਨੋਟੀਫਿਕੇਸ਼ਨ ਆਉਣ ਦੇ ਔਰ ਪੇਪਰ ਕੰਡਕਟ ਕਰਨ ਦੇ ਵਿੱਚ ਕੋਈ ਬਹੁਤ ਜ਼ਿਆਦਾ ਗੈਪ ਨਹੀਂ ਹੁੰਦਾ ठीक है महीने 2 महीने का टाइम होंगे और ਉਹਦੇ ਵਿੱਚ ਇੰਨਾ ਸਿਲੇਬਸ ਕਰਕੇ ਪ੍ਰੈਕਟਿਸ ਕਰਨਾ ਇਜ਼ ਨੈਕਸਟ ਟੂ ਇੰਪੋਸੀਬਲ ਇੱਕ ਇੰਪੋਸੀਬਲ ਕੰਮ ਹੈ ਠੀਕ ਹੈ ਤਾਂ ਇਹਦੇ ਲਈ ਤੁਸੀਂ ਟਾਈਮਲੀ ਤਿਆਰੀ ਸ਼ੁਰੂ ਕਰਨੀ ਹੁੰਦੀ ਹੈ ਪੂਰਾ ਵੈਲ ਪ੍ਰੀਪੇਅਰਡ ਰਹਿਣਾ ਪੈਂਦਾ ਹੈ ਕਿ ਬਈ ਜਦ ਮਰਜ਼ੀ ਪੇਪਰ ਆ ਜਾਏ ਅਸੀਂ ਉਦੋਂ ਦੇ ਲਾਂਗੇ ਤਾਂ ਸਾਡਾ ਜਿਹੜਾ ਹੈ ਕੰਮ ਬਿਲਕੁਲ ਬਣ ਜਾਏਗਾ ਤਾਂ ਤੁਸੀਂ ਉਹਦੇ ਲਈ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਫਾਇਦਾ ਮਿਲ ਜਾਏਗਾ ਜੇ ਆਪ ਵੀਡੀਓਜ਼ ਪਸੰਦ ਆ ਰਹੀਆਂ ਤਾਂ ਉਹਨਾਂ ਨੂੰ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਠੀਕ ਹੈ ਔਰ ਇਦਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੋ ਔਰ ਹੋਰ ਲੋਕਾਂ ਨੂੰ ਵੀ ਜੋੜੋ ਕਿਉਂਕਿ ਦੇਖੋ ਜਿੰਨਾ ਤੁਸੀਂ ਹੋਰ ਜੁੜੋਗੇ ਮਾਤਰਾ ਦੇ ਅੰਦਰ ਜੁੜੋਗੇ ਬਈ ਉਨੀ ਜ਼ਿਆਦਾ ਪ੍ਰੋਤਸਾਹਨ ਵੱਧਦਾ ਹੈ ਉਨਾ ਜ਼ਿਆਦਾ ਬੰਦਾ ਜਿਹੜਾ ਹੈ ਕੰਮ ਕਰਦਾ ਹੈ ਨਾ ਤਾਂ ਪਲੀਜ਼ ਹੋਰ ਲੋਕਾਂ ਨੂੰ ਨਾਲ ਜੋੜੋ ਔਰ ਵੀਡੀਓ ਨੂੰ ਦੇਖ ਕੇ ਵੀ ਐਵੇਂ ਨਾ ਛੱਡਿਆ ਕਰੋ ਪਲੀਜ਼ ਲਾਈਕ ਕਰਿਆ ਕਰੋ ਔਰ ਸ਼ੇਅਰ ਕਰਿਆ ਕਰੋ ਇਹਨੂੰ ਠੀਕ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਔਰ ਕਮੈਂਟਸ ਦੇ ਅੰਦਰ ਆਪਣੇ ਆਨਸਰ ਜਿਹੜੇ ਹੈ ਉਹ ਵੀ ਜ਼ਰੂਰ ਦਿਆ ਕਰੋ ਕੋਈ ਡਾਊਟਸ ਹੁੰਦੇ ਆ ਉਹ ਵੀ ਜ਼ਰੂਰ ਪੁੱਛਿਆ ਕਰੋ ਕਿਉਂਕਿ ਬਈ ਕਮੈਂਟਸ ਨੂੰ ਆਪਾਂ ਡੇਲੀ ਬੇਸਿਸ ਤੇ ਮੋਨੀਟਰ ਜਿਹੜਾ ਹੈ ਉਹ ਜ਼ਰੂਰ ਕਰਦੇ ਆ ਐਦਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਾਂਗੇ ਨੈਕਸਟ ਵੀਡੀਓ ਦੇ ਅੰਦਰ ਨੈਕਸਟ ਟੌਪਿਕ ਦੇ ਨਾਲ ਬਚੇ ਹੋਏ ਕੁਐਸਚਨਸ ਕਰਾਂਗੇ ਇਸ ਕੁਐਸਚਨ ਜਿਹੜਾ ਕੁਐਸਚਨ ਤੁਹਾਨੂੰ ਹੋਮਵਰਕ ਦਿੱਤਾ ਗਿਆ ਬਈ ਉਹਦਾ ਆਨਸਰ ਮੈਂ ਉਮੀਦ ਕਰਦੀ ਆ ਸਾਰੇ ਜਣੇ ਜਿਹੜੇ ਇਹਨਾਂ ਸੈਸ਼ਨ ਨੂੰ ਦੇਖ ਰਹੇ ਉਹਨਾਂ ਨੂੰ ਜ਼ਰੂਰ ਜਿਹੜਾ ਹੈ ਕਮੈਂਟਸ ਦੇ ਅੰਦਰ ਆਨਸਰ ਦੇਣਗੇ ਮਿਲਦੇ ਆ ਨੈਕਸਟ ਵੀਡੀਓ ਦੇ ਅੰਦਰ ਉਦੋਂ ਤੱਕ अपना ध्यान रखो और पढ़ते रहो मेहनत करते रहो धन्यवाद सारे